ਸੁਣ ਮੋਦੀ ਸਰਕਾਰੇ, ਵੱਡੇ ਵੱਡੇ ਤੂੰ ਕਰਤੇ ਕਾਰੇ, ਰੋਲ ਤੇ ਸੜਕਾਂ ਤੇ ਕਿਸਾਨ ਵਿਚਾਰੇ, ਨੀ ਲੇਖਾ ਦੇਣਾ ਪੈ ਜੂਗਾ। ਇਹ ਜੋ ਜੋ ਕਹਿਰ ਕਮਾਇਆ ਤੇਰੇ ਜੋੜਾਂ ਵਿੱਚ ਬਹਿ ਜੂਗਾ। ਇਹ ਜੋ ਜੋ ਤੂੰ ਕਹਿਰ ਕਮਾਇਆ ਤੇਰੇ ਜੋੜਾਂ ਵਿੱਚ ਬਹਿ ਜੂਗਾ। ਬੋਲੇ ਸੱਚ ਹਰਦੀਪ ਨਿਮਾਣਾ, ਅਸਾਂ ਤੇਰੇ ਤੇ ਲਿਖਤਾ ਗਾਣਾ। ਬੋਲੇ ਸੱਚ ਹਰਦੀਪ ਨਿਮਾਣਾ, ਅਸਾਂ ਤੇਰੇ ਤੇ ਲਿਖਤਾ ਗਾਣਾ। ਇਹ ਕਿਸੇ ਵੀ ਸਿੰਗਰ ਨਹੀਂ ਗਾਣਾ, ਇਹ ਕਿਸੇ ਵੀ ਸਿੰਗਰ ਨੇ ਗਾਣਾ। ਇੱਕ ਦਿਨ ਐਸਾ ਵਰਤੂਗਾ ਨੀ ਤੇਰਾ ਤਖਤਾ ਪਲਟੂਗਾ। ਨੀ ਇੱਕ ਦਿਨ ਐਸਾ ਵਰਤੂਗਾ ਤੇਰਾ ਤਖਤਾ ਪਲਟੂਗਾ। ਜਿਹੜਾ ਲਹੂ ਕਿਸਾਨ ਨਾਲ ਪੰਗਾ, ਰਾਜ ਦੀ ਕੁਰਸੀ ਨੂੰ ਤਰਸੂਗਾ। ਜਿਹੜਾ ਲਹੂ ਕਿਸਾਨ ਨਾਲ ਪੰਗਾ, ਰਾਜ ਦੀ ਕੁਰਸੀ ਨੂੰ ਤਰਸੂਗਾ। ਬੜੇ ਕਾਰਨਾਮੇ ਹੋਏ, ਬੜੇ ਕਾਰਨਾਮੇ ਹੋਏ। ਸਰਕਾਰ ਕਿਸਾਨਾਂ ਦੇ ਹੱਕ ਵਿੱਚ ਖਲੋਣੀ ਚਾਹੀਦੀ ਸੀ। ਸਰਕਾਰ ਕਾਨੂੰਨ ਐਸੇ ਬਣਾਤੇ ਜਿਹੜੇ ਕਿਸਾਨ ਦੀ ਜੜ ਵੱਢਣ ਵਾਸਤੇ, ਜਿਹੜੇ ਕਿਸਾਨ ਨੂੰ ਦੁਖੀ ਕਰਨ ਵਾਸਤੇ, ਜਿਨ੍ਹਾਂ ਨੇ ਕਿਸਾਨ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ। ਇਹ ਤਾਂ ਜਿਹੜੇ ਕਿਸਾਨ ਹਨ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਖਾਂਦੇ, ਕਿਸੇ ਵੀ ਸੂਬੇ ਵਿੱਚ ਹੋਣ, ਸਾਰੇ ਦੇ ਸਾਰੇ ਕਿਸਾਨ ਮਿਹਨਤ ਕਰਕੇ ਖਾਣ ਵਾਲੇ। ਜਿਹੜਾ ਕਿਸਾਨਾਂ ਕੋਲੇ ਧਨ ਹੁੰਦਾ, ਦੌਲਤ ਹੁੰਦੀ, ਉਹ ਖੇਤੀਬਾੜੀ ਹੁੰਦੀ। ਖੇਤੀਬਾੜੀ ਦੇ ਵਿੱਚੋਂ ਹੀ ਕਿਸਾਨ ਨੇ ਖਾਣਾ ਹੁੰਦਾ ਅਤੇ ਖੇਤੀਬਾੜੀ ਵਿੱਚੋਂ ਹੀ ਕਿਸਾਨ ਨੇ ਕਾਰੋਬਾਰ ਕਰਨੇ ਹੁੰਦੇ। ਇਹ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ, ਇਹ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਕਹਿੰਦੇ ਤੁਸੀਂ ਆਪਣੀ ਜਿਹੜੀ ਫਸਲ ਹੈ ਉਹ ਜਿੰਨੀ ਮਰਜ਼ੀ ਜਮ੍ਹਾਂ ਰੱਖ ਲਓ। ਕਿਸਾਨ ਤਾਂ ਜਮ੍ਹਾਂ ਰੱਖ ਹੀ ਨਹੀਂ ਸਕਦਾ। ਜਮ੍ਹਾਂਖੋਰ ਲੋਕ ਕੁਛ ਹੋਰ ਹਨ, ਜਿਹੜੇ ਪਹਿਲਾਂ ਹੀ ਜਮ੍ਹਾਂਖੋਰੀ ਕਰਦੇ ਅਤੇ ਉਹਦਾ ਨਜਾਇਜ਼ ਫਾਇਦਾ ਉਠਾਉਂਦੇ। ਸੋ ਇੱਥੇ ਵੀ ਇਹੀ ਕੁਛ ਹੋਏਗਾ। ਜਿਹੜੀ ਜਮ੍ਹਾਂਖੋਰ ਮੰਡਲੀ ਹੈ, 10% ਲੋਕ, 20% ਲੋਕ, ਪੈਸੇ ਵਾਲੇ ਲੋਕ, ਵਪਾਰੀ ਲੋਕ, ਇਹ ਸਾਡੀਆਂ ਫਸਲਾਂ ਨੂੰ ਜਮ੍ਹਾਂ ਕਰ ਲੈਣਗੇ। ਉਹ ਤੋਂ ਬਾਅਦ ਸਾਡੇ ਹੱਥਾਂ ਵਿੱਚੋਂ ਨਿਕਲ ਚੁੱਕੀ ਹੋਏਗੀ। ਜਿਹੜੇ ਅੱਜ ਆਮ ਲੋਕ ਕਹਿੰਦੇ ਵੀ ਸਾਨੂੰ ਕੋਈ ਨਹੀਂ ਫਰਕ ਪੈਣਾ, ਇਹਦਾ ਫਰਕ ਆਮ ਲੋਕ ਨੂੰ ਬਹੁਤ ਪਵੇਗਾ। ਕਿਉਂਕਿ ਜੋ ਕੁਝ ਵੀ ਸਾਡੀ ਵਰਤੋਂ ਦੀ ਚੀਜ਼ ਹੋਏਗੀ, ਇਹਨਾਂ ਵਪਾਰੀਆਂ ਦਲਾਲਾਂ ਦੇ ਹੱਥ ਵਿੱਚ ਹੋਏਗੀ, ਸਾਡੇ ਹੱਥ ਵਿੱਚੋਂ ਨਿਕਲ ਚੁੱਕੀ ਹੋਏਗੀ। ਜਦੋਂ ਇਹ ਜਮ੍ਹਾਂ ਹੋ ਕੇ ਇਹਨਾਂ ਦੇ ਸਟੋਰਾਂ ਵਿੱਚ ਪਹੁੰਚ ਜਾਵੇਗੀ ਤਾਂ ਫਿਰ ਇਹਨਾਂ ਦੀ ਮਰਜ਼ੀ ਰੇਟ ਇਹ ਲਾਉਣਗੇ। ਜਿਹੜੇ ਆਮ ਲੋਕ ਅੱਜ ਕਿਸਾਨਾਂ ਦੇ ਨਾਲ ਨਹੀਂ ਖਲੋਂਦੇ, ਉਹਨਾਂ ਲੋਕਾਂ ਨੂੰ ਫਿਰ ਪਛਤਾਉਣਾ ਪਵੇਗਾ ਵੀ ਜੇ ਕਿਤੇ ਉਦੋਂ ਅਸੀਂ ਕਿਸਾਨਾਂ ਨਾਲ ਖਲੋ ਜਾਂਦੇ। ਸੋ ਮੇਰੀ ਬੇਨਤੀ ਹੈ ਸਾਰੇ ਦੇ ਸਾਰੇ ਵਰਗਾਂ ਨੂੰ, ਅੱਜ ਕਿਸਾਨ ਨਾਲ ਖਲੋਣ ਦੀ ਲੋੜ ਹੈ, ਵਰਨਾ ਇਹਦਾ ਖਮਿਆਜਾ ਸਭ ਨੂੰ ਭੁਗਤਣਾ ਪਵੇਗਾ। ਕਿਉਂਕਿ ਜਦੋਂ ਜਮ੍ਹਾਂਖੋਰਾਂ ਨੇ ਜੋ ਫਸਲਾਂ ਹਨ ਸਾਡੀਆਂ ਉਹ ਜਮ੍ਹਾਂ ਕਰ ਲਈਆਂ, ਸਰਕਾਰ ਨੇ ਤਾਂ ਸਾਫ਼ ਹੀ ਐਲਾਨ ਕਰਤਾ ਵੀ ਸਰਕਾਰ ਨਹੀਂ ਖਰੀਦੇਗੀ, ਵਪਾਰੀ ਖਰੀਦੇਗਾ। ਕਿਸਾਨ ਵੀ ਵਪਾਰੀ ਬਣ ਸਕਦਾ, ਕਿਸਾਨ ਵੀ ਖਰੀਦ ਸਕਦਾ ਅਤੇ ਕਿਸਾਨ ਵੀ ਜਮ੍ਹਾਂ ਰੱਖ ਸਕਦਾ ਅਤੇ ਇੱਥੋਂ ਤੱਕ ਕਿਸੇ ਵੀ ਸੂਬੇ ਵਿੱਚੋਂ ਲਿਆ ਸਕਦਾ ਅਤੇ ਕਿਸੇ ਵੀ ਸੂਬੇ ਵਿੱਚ ਵੇਚ ਸਕਦਾ। ਸਾਰੇ ਦਾ ਸਾਰਾ ਦੇਸ਼ ਜਿਹੜਾ ਉਹ ਹੁਣ ਪਾਬੰਦੀਆਂ ਤੋਂ ਮੁਕਤ ਹੋ ਗਿਆ। ਪਰ ਰੌਲਾ ਇਹ ਪੈਂਦਾ ਕਿਸਾਨ ਕੋਲੇ ਤਾਂ ਪੈਸਾ ਹੀ ਹੈ ਨਹੀਂ। ਪੈਸੇ ਵਾਲੇ ਤੇ ਕੁਝ ਚੰਦ ਕੁ % ਲੋਕ ਹਨ ਜਿਹੜੇ ਸਾਡੀਆਂ ਫਸਲਾਂ ਨੂੰ ਖਰੀਦ ਲੈਣਗੇ। ਖਰੀਦਣ ਤੋਂ ਬਾਅਦ ਉਹਨਾਂ ਦੀ ਜਮ੍ਹਾਂਖੋਰੀ ਹੋਏਗੀ। ਜਮ੍ਹਾਂ ਕਰਨ ਤੋਂ ਬਾਅਦ ਫਿਰ ਰੇਟ ਉਹਨਾਂ ਦੇ ਹੱਥ ਵਿੱਚ ਹੋਣਗੇ, ਜੋ ਉਹਨਾਂ ਦਾ ਦਿਲ ਕਰਦਾ ਉਹ ਰੇਟ ਲਾਉਣਗੇ। ਇਸ ਕਰਕੇ ਹਰ ਚੀਜ਼ ਮਹਿੰਗੀ ਹੋਏਗੀ। ਕਿਤੇ ਕਾਨੂੰਨ ਐਸਾ ਬਣ ਗਿਆ, ਕਿਤੇ ਤੁਸੀਂ ਦਲੀਲ ਨਹੀਂ ਕਰ ਸਕਦੇ, ਕਿਤੇ ਅਪੀਲ ਨਹੀਂ ਕਰ ਸਕਦੇ। ਜਿਹੜਾ ਮੋਰਚਾ ਅੱਜ ਕਿਸਾਨ ਨੇ ਲਾਤਾ, ਇਹਦੋਂ ਵੱਡਾ ਮੋਰਚਾ ਵੀ ਨਹੀਂ ਲੱਗ ਸਕਦਾ। ਜਿਹੜਾ ਮੋਰਚਾ ਅੱਜ ਕਿਸਾਨ ਨੇ ਲਾਇਆ ਹੋਇਆ, ਇਸ ਮੋਰਚੇ ਤੋਂ ਵੱਡਾ ਮੋਰਚਾ ਵੀ ਨਹੀਂ ਲੱਗ ਸਕਦਾ। ਇਸ ਕਰਕੇ ਮੇਰੀ ਸਭ ਨੂੰ ਬੇਨਤੀ ਹੈ, ਅਸੀਂ ਜਿਸ ਤਰ੍ਹਾਂ ਦਾ ਵੀ ਯੋਗਦਾਨ ਕਿਸਾਨ ਦੇ ਹੱਕ ਵਿੱਚ ਪਾ ਸਕਦੇ ਹਾਂ, ਅਸੀਂ ਪਾਈਏ। ਕਹਿੰਦੇ ਜਿੱਥੇ ਕੁਛ ਗਲਤ ਹੋ ਰਿਹਾ ਹੋਵੇ,
ਉਹਦੇ ਬਰਖਲਾਫ ਲਿਖਣਾ ਸ਼ੁਰੂ ਕਰੋ। ਜੇ ਤੁਸੀਂ ਲਿਖ ਨਹੀਂ ਸਕਦੇ, ਬੋਲਣਾ ਸ਼ੁਰੂ ਕਰੋ। ਜੇ ਤੁਸੀਂ ਬੋਲ ਵੀ ਨਹੀਂ ਸਕਦੇ ਤੇ ਕਮ ਸੇ ਕਮ ਇੰਨਾ ਕੁ ਕੰਮ ਜ਼ਰੂਰ ਕਰੋ ਵੀ ਜਿਹੜਾ ਲਿਖ ਰਿਹਾ ਜਾਂ ਜਿਹੜਾ ਬੋਲ ਰਿਹਾ ਉਹਦੇ ਹੱਕ ਵਿੱਚ ਖਲੋ ਜਾਓ। ਬਹੁਤ ਸਾਰੇ ਸਿੰਗਰਾਂ ਨੇ ਬਹੁਤ ਸਾਰੇ ਗਾਣੇ ਬੋਲੇ, ਕਿਸਾਨਾਂ ਦੇ ਹੱਕ ਵਿੱਚ ਬੋਲੇ ਤੇ ਸਰਕਾਰ ਦੇ ਬਰਖਲਾਫ ਬੋਲੇ। ਬਹੁਤ ਸਾਰੇ ਕਿਸਾਨ ਆਪਣੇ ਘਰ-ਬਾਰ ਛੱਡ ਕੇ, ਘਰਾਂ ਦੇ ਵਿੱਚੋਂ ਅਗਰਾਹੀਆਂ ਕਰਕੇ, ਆਪਣਾ ਰਾਸ਼ਨ ਪਾਣੀ ਨਾਲ ਲੈ ਕੇ ਤੇ ਸਰਕਾਰ ਦੇ ਬੂਹੇ ਅੱਗੇ ਜਾ ਕੇ ਬਹਿ ਗਏ ਤੇ ਫੈਸਲਾ ਕਰ ਲਿਆ ਜਿੰਨਾ ਚਿਰ ਸਰਕਾਰਾਂ ਕਾਨੂੰਨ ਵਾਪਸ ਨਹੀਂ ਲੈ ਲੈਂਦੀਆਂ ਅਸੀਂ ਵੀ ਵਾਪਸ ਨਹੀਂ ਆਵਾਂਗੇ। ਸੋ ਸਾਡਾ ਫਰਜ਼ ਇੰਨਾ ਕੁ ਬਣਦਾ ਵੀ ਅਸੀਂ ਕਿਸਾਨਾਂ ਦੇ ਹੱਕ ਵਿੱਚ ਖਲੋਈਏ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਰਕਾਰ ਜੀ, ਇਹ ਕਿੱਧਰ ਦਾ ਦਿਮਾਗ ਚੱਲ ਗਿਆ? ਕਿਸਾਨਾਂ ਦੇ ਹੱਕ ਵਿੱਚ ਖਲੋਣ ਵਾਲੀ ਸਰਕਾਰ ਅੱਜ ਕਿਸਾਨਾਂ ਦੇ ਉਲਟ ਕਿਵੇਂ ਖਲੋ ਗਈ? ਇਹ ਤਾਂ ਸਾਰੀਆਂ ਸਰਕਾਰਾਂ ਕਹਿੰਦੀਆਂ ਸੀ ਅਸੀਂ ਕਿਸਾਨਾਂ ਦੇ ਨਾਲ ਖਲੋਵਾਂਗੇ, ਅਸੀਂ ਜਿਹੜੀ ਪੈਦਾਵਾਰ ਆ 50% ਇਹਨਾਂ ਦੀ ਆਮਦਨੀ ਵਧਾਵਾਂਗੇ। ਉਹ ਸਾਰੇ ਦੇ ਸਾਰੇ ਲਾਰੇ ਸਾਫ਼ ਹੋ ਗਏ। ਸੋ ਕਿਸਾਨ ਜੋ ਲੜ ਰਿਹਾ ਹੈ ਉਹ ਆਪਦੇ ਹੱਕਾਂ ਵਾਸਤੇ ਲੜ ਰਿਹਾ। ਤੇ ਮੈਂ ਬੇਨਤੀ ਸਭ ਨੂੰ ਕਰਾਂਗਾ, ਜਿੰਨਾ ਕੁ ਯੋਗਦਾਨ ਅਸੀਂ ਪਾ ਸਕਦੇ ਹਾਂ ਉਹਨਾਂ ਕੁ ਯੋਗਦਾਨ ਅਸੀਂ ਪਾਈਏ। ਕੋਈ ਆਪਦੀ ਆਵਾਜ਼ ਬੁਲੰਦ ਕਰੋ, ਕੋਈ ਸਿੰਗਰ ਜਿਹੜੇ ਗਾਉਂਦੇ ਆ ਉਹਨਾਂ ਦੇ ਹੱਕ ਵਿੱਚ ਖਲੋਈਏ, ਕੋਈ ਜਿਹੜੀ ਸਰਕਾਰ ਹੈ ਸਰਕਾਰ ਦੇ ਬਰਖਲਾਫ ਜਿਹੜੇ ਬੋਲ ਦੋ ਅਸੀਂ ਬੋਲ ਸਕਦੇ ਹਾਂ ਉਹ ਬੋਲੀਏ। ਸੋ ਮੈਂ ਇੰਨੀਆਂ ਕੁ ਗੱਲਾਂ ਕਰਕੇ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗਾ, ਐ ਸਰਕਾਰ ਜੀ, ਇਹਨਾਂ ਕਿਸਾਨਾਂ ਦੇ ਸਿਰ ਤੇ ਹੀ ਆਪਾਂ ਕੱਲ੍ਹ ਨੂੰ ਤਖਤੇ ਤੇ ਬਹਿਣਾ। ਇਹ ਕਿਸਾਨ ਲੋਕ ਜੇ ਸਾਨੂੰ ਰਾਜ ਦੇ ਸਕਦੇ ਹਨ ਤੇ ਸਾਡੇ ਕੋਲ ਰਾਜ ਇਹ ਖੋਹ ਵੀ ਸਕਦੇ, ਕਿਉਂਕਿ ਅੱਜ ਵੋਟ ਦੀ ਤਾਕਤ ਹੈ ਤੇ ਸਭ ਤੋਂ ਵੋਟ ਇਸ ਦੇਸ਼ ਵਿੱਚ ਕਿਸਾਨ ਦੀ ਜਾਰੀ। ਸੋ ਕਿਸਾਨ ਦੇ ਬਰਖਲਾਫ ਇੰਨਾ ਵੱਡਾ ਫੈਸਲਾ ਪਹਿਲਾਂ ਕਿਸਾਨ ਨਾਲ ਕੋਈ ਵਿਚਾਰ ਕਰ ਲੈਣੀ ਚਾਹੀਦੀ ਸੀ ਵੀ ਇਹ ਸੜਕਾਂ ਤੇ ਉਤਰੇਗਾ, ਫਿਰ ਸੰਭਾਲਣਾ ਔਖਾ ਹੋ ਜਾਏਗਾ। ਉਹੀ ਕੁਛ ਹੋਇਆ। ਜਿਹੜੀ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਸੀ ਕਰਨੀ ਚਾਹੁੰਦੀ, ਅੱਜ ਮਜਬੂਰ ਵਸ ਹੋ ਕੇ ਉਹ ਕਿਸਾਨਾਂ ਨਾਲ ਗੱਲਬਾਤ ਕਰ ਰਹੀ। ਉਹ ਕਹਿੰਦੇ ਹੁੰਦੇ ਬੱਕਰੀ ਦੁੱਧ ਵੀ ਦਿੰਦੀ ਪਰ ਮੇਂਗਣਾ ਪਾ ਕੇ। ਗੱਲਬਾਤ ਹੋਈ ਇਹੋ ਜਿਹੇ ਹਾਲਾਤਾਂ ਵਿੱਚ ਹੋਈ ਜਿੱਥੇ ਕਿਸਾਨ ਆਪਦੇ ਸਾਰੇ ਦੇ ਸਾਰੇ ਹੱਕ ਜਿਹੜਾ ਮਨਵਾਉਣਾ ਚਾਹੁੰਦੇ ਤੇ ਸਰਕਾਰ ਟਾਲ ਮਟੋਲ ਕਰਕੇ ਕੁਝ ਨਾ ਕੁਝ ਕਿਸਾਨ ਨੂੰ ਦੇ ਕੇ ਤੇ ਵਾਪਸ ਤੋਰ ਦੇਣਾ ਚਾਹੁੰਦੀ। ਪਰ ਕਿਸਾਨ ਸਿਆਣਾ ਹੈ, ਅੱਜ ਕੱਲ੍ਹ ਦਾ ਕਿਸਾਨ ਪੜ੍ਹਿਆ ਲਿਖਿਆ। ਜੋ ਕੁਝ ਸਰਕਾਰ ਸੋਚਦੀ ਸੀ ਵੀ ਇਹ ਜਿਹੜਾ ਕਿਸਾਨ ਹੈ ਇਹ ਸਮਝਦਾਰ ਨਹੀਂ, ਪਰ ਸਰਕਾਰ ਨੂੰ ਅੱਜ ਪਤਾ ਲੱਗ ਗਿਆ ਵੀ ਕਿਸਾਨ ਬਹੁਤ ਸਮਝਦਾਰ ਹੈ, ਇਹ ਸਾਡੀਆਂ ਗੱਲਾਂ ਵਿੱਚ ਆਉਣ ਵਾਲਾ ਨਹੀਂ। ਇਹਨਾਂ ਨੂੰ ਸਾਰੀ ਤਰ੍ਹਾਂ ਦੀ ਸਮਝ ਹੈ। ਸੋ ਜੋ ਕੁਝ ਵੀ ਕਿਸਾਨ ਮੋਰਚਾ ਲਾ ਕੇ ਬੈਠੇ ਹੋਏ ਉਹ ਬਿਲਕੁਲ ਜਾਇਜ਼ ਤੇ ਸੱਚਾ ਮੋਰਚਾ ਹੈ। ਕਿਸਾਨਾਂ ਨੂੰ ਪਤਾ ਗੇਮ ਸਾਡੇ ਹੱਥਾਂ ਵਿੱਚੋਂ ਨਿਕਲ ਗਈ, ਸਰਕਾਰਾਂ ਨੇ ਬਾਹਾਂ ਖੜੀਆਂ ਕਰਤੀਆਂ। ਸਰਕਾਰਾਂ ਕਹਿੰਦੀਆਂ ਵੀ ਅਸੀਂ ਕੋਈ ਵੀ ਫਸਲ ਨਹੀਂ ਖਰੀਦਣੀ। ਇਟ ਮੀਨਜ਼ ਇਸ ਦਾ ਮਤਲਬ ਕੀ ਨਿਕਲਿਆ, ਜਿੰਨੇ ਸਰਕਾਰੀ ਮਹਿਕਮੇ ਹਨ ਜਿਹੜੇ ਸਾਡੀਆਂ ਫਸਲਾਂ ਨੂੰ ਇਕੱਤਰ ਕਰਦੇ ਉਹ ਖਤਮ ਕਰ ਦਿੱਤੇ ਜਾਣਗੇ। ਇਹ ਜਿਹੜੇ ਤੁਹਾਨੂੰ ਭੰਡਾਰ ਦਿਖਦੇ ਘੇਰੇ ਬੰਨੇ, ਸਟੋਰ, ਗੋਦਾਮ, ਜਿਨ੍ਹਾਂ ਵਿੱਚ ਸਾਡਾ ਝੋਨਾ ਤੇ ਜਿਨ੍ਹਾਂ ਵਿੱਚ ਸਾਡੀ ਫਸਲ ਆਮ ਹੀ ਸੜਕਾਂ ਦੇ ਕਿਨਾਰੇ ਤੁਸੀਂ ਵੇਖਦੇ ਹੋ, ਇਹ ਖਤਮ ਹੋ ਜਾਏਗੀ। ਇਹ ਨਹੀਂ ਤੁਹਾਨੂੰ ਇੱਥੇ ਦਿਸੇਗੀ। ਇਹ ਜਿਨ੍ਹਾਂ ਲੋਕਾਂ ਨੇ ਸਾਡੇ ਕੋਲੋਂ ਫਸਲਾਂ ਖਰੀਦਣੀਆਂ ਉਹ ਮੋਰਚਾਬੰਦੀ ਕਰ ਰਿਹਾ। ਕਿਤੇ 50 ਕਿੱਲੇ ਤੇ ਕਿਤੇ 100 ਕਿੱਲਾ ਤੇ ਕਿਤੇ 150 ਕਿੱਲਾ ਜ਼ਮੀਨ ਖਰੀਦੀ ਜਾ ਰਹੀ ਹੈ। ਉਹਨਾਂ ਜ਼ਮੀਨਾਂ ਨੂੰ ਖਰੀਦ ਕੇ ਉਹਨਾਂ ਵਿੱਚ ਚਾਰ ਦੀਵਾਰੀ ਕਰਕੇ ਵੱਡੀ ਵੱਡੀ ਤੇ ਉਹਨਾਂ ਦੇ ਵਿੱਚ ਉਹ ਗੋਦਾਮ ਬਣਾਉਣਗੇ ਆਪਦੇ ਤਰੀਕੇ ਨਾਲ। ਉਹਨਾਂ ਦੇ ਵਿੱਚ ਹੀ ਜਿਹੜੀਆਂ ਰੇਲ ਲਾਈਨਾਂ ਆਉਣਗੀਆਂ, ਕਿਉਂਕਿ ਸਰਕਾਰ ਦੇ ਨਾਲ ਇੱਕ ਮਿਕਤਾ ਹੈ, ਸਰਕਾਰ ਨੇ ਹੀ ਕੰਮ ਕਰਨੇ ਹੁੰਦੇ। ਉੱਥੇ ਹੀ ਮਾਲ ਆਵੇਗਾ, ਉੱਥੇ ਹੀ ਅੰਦਰ ਲੱਗੇਗਾ,
ਸਾਨੂੰ ਕੋਈ ਪਤਾ ਨਹੀਂ ਹੋਵੇਗਾ ਕੀ ਹੋਇਆ। ਕਿਸ ਭਾਅ ਮਾਲ ਆਇਆ ਤੇ ਕਿਸ ਭਾਅ ਵੇਚਣਾ, ਇਹ ਵਪਾਰੀ ਦੇ ਹੱਥ ਹੋਏਗਾ। ਵਪਾਰੀ ਰੇਟ ਫਿਕਸ ਕਰੇਗਾ, ਵਪਾਰੀ ਰੇਟ ਵਧਾਏਗਾ ਤੇ ਵਪਾਰੀ ਰੇਟ ਘਟਾਏਗਾ। ਜੋ ਕਿਸਾਨਾਂ ਨੂੰ ਸਾਰਿਆਂ ਨਾਲੋਂ ਵੱਡਾ ਨੁਕਸਾਨ ਹੋਣਾ, ਉੱਥੇ ਆਮ ਜਨਤਾ ਨੂੰ ਵੀ ਨੁਕਸਾਨ ਹੋਣਾ। ਜਿਹੜੀ ਆਮ ਜਨਤਾ ਹੈ ਅੱਜ ਅਵੇਸਲੀ ਹੋਈ ਪਈ ਵੀ ਸਾਨੂੰ ਕੀ। ਕਿਸਾਨ ਨੂੰ ਅੱਜ ਇੰਝ ਲੱਗ ਰਿਹਾ ਜਿਹੜੀ ਸਾਡੀ ਜ਼ਮੀਨ ਹੈ ਉਹ ਸਰਕਾਰ ਕਿਸੇ ਬਹਾਨੇ ਸਾਡੇ ਕੋਲੋਂ ਖੋਹ ਲੈਣਾ ਚਾਹੁੰਦੀ। ਤੇ ਕਿਸਾਨ ਦਾ ਅਸਲ ਦੇ ਵਿੱਚ ਮੋਰਚਾ ਜਿਹੜਾ ਲੱਗਾ ਹੋਇਆ ਉਹ ਇਸ ਗੱਲ ਨੂੰ ਲੱਗ ਕੇ ਲੱਗਾ ਵੀ ਨਾ ਤੇ ਅਸੀਂ ਫਸਲਾਂ ਬੀਜ ਸਕਦੇ ਤੇ ਨਾ ਹੀ ਅਸੀਂ ਫਸਲਾਂ ਸਰਕਾਰ ਨੂੰ ਵੇਚ ਸਕਦੇ। ਸਰਕਾਰ ਨੇ ਬਾਹਾਂ ਖੜੀਆਂ ਕਰਕੇ ਸਾਡੀਆਂ ਜਿਹੜੀਆਂ ਜ਼ਮੀਨਾਂ ਉਹ ਧੱਕੇ ਦੇ ਨਾਲ ਕਿਸੇ ਨੂੰ ਠੇਕੇ ਤੇ ਦੇ ਦਿੱਤੀਆਂ ਜਾਂ ਦੇ ਦੇਣਗੇ। ਸਾਡੇ ਜਿਹੜੇ ਇੰਨੇ ਕੀਮਤੀ ਸੰਦ ਖਲੋਤੇ, ਟਰੈਕਟਰ ਵਗੈਰਾ, ਉਹ ਬੇਕਾਰ ਹੋ ਜਾਣਗੇ। ਅਸੀਂ ਜ਼ਮੀਨਾਂ ਤੋਂ ਹੱਥ ਧੋ ਪਵਾਂਗੇ। ਜ਼ਮੀਨ ਕਿਸਾਨ ਦੀ ਹਮੇਸ਼ਾ ਹੀ ਮਾਂ ਰਹੀ। ਕਿਤੇ ਵੀ ਸਾਡੇ ਖੇਤਾਂ ਦੇ ਨਾਲ ਲੱਗਦਾ ਕੋਈ ਟੱਕ ਹੋਵੇ, ਅਸੀਂ ਉਸ ਨੂੰ ਖਰੀਦ ਕੇ ਆਪਣਾ ਬਣਾ ਲੈਣਾ ਚਾਹੁੰਦੇ। ਇਹ ਕਿਸਾਨ ਦਾ ਮੁੱਢ ਤੋਂ ਹੀ ਸੁਭਾਅ ਰਿਹਾ। ਹੁਣ ਕੀ ਹੋਏਗਾ, ਕਿਸਾਨਾਂ ਦੇ ਮਨ ਵਿੱਚ ਇੱਕ ਡਰ ਬਹਿ ਜਾਏਗਾ ਵੀ ਜ਼ਮੀਨ ਅਸੀਂ ਜੋ ਹੋਰ ਵੀ ਖਰੀਦਦੇ ਹਾਂ ਤੇ ਪਹਿਲੀ ਜ਼ਮੀਨ ਹੀ ਸਾਡੀ ਨਹੀਂ ਰਹੀ। ਧੱਕੇ ਦੇ ਨਾਲ ਸਰਕਾਰ ਨੇ ਇਹ ਠੇਕੇ ਤੇ ਲੈ ਲਈ। ਜੇ ਅਸੀਂ ਇਹਦੇ 'ਚ ਕੰਮ ਕਰਦੇ ਹਾਂ ਤੇ ਸਾਨੂੰ ਮਿਹਨਤਾਨਾ ਮਿਲੇਗਾ, ਮਜ਼ਦੂਰ ਬਣ ਕੇ ਕੰਮ ਕਰਨਾ ਪਏਗਾ। ਸਰਕਾਰ ਆਪਦੇ ਥਾਂ ਤੇ ਗਿਣਤੀਆਂ ਦੱਸ ਰਹੀ ਵੀ ਤੁਹਾਨੂੰ ਬਚਦਾ ਕੁਛ ਨਹੀਂ, ਤੁਸੀਂ ਸਾਨੂੰ ਜ਼ਮੀਨ ਠੇਕੇ ਤੇ ਦੇ ਦਿਓ। ਇਹਨਾਂ ਖੇਤਾਂ ਵਿੱਚ ਤੁਸੀਂ ਕੰਮ ਕਰੋਗੇ, ਪਹਿਲਾਂ ਤੁਹਾਨੂੰ ਮਿਲਦਾ ਕੁਛ ਨਹੀਂ ਸੀ, ਹੁਣ ਤੁਹਾਨੂੰ ਅਸੀਂ ਉਸ ਕੰਮ ਦਾ ਮਿਹਨਤਾਨਾ ਦੇਵਾਂਗੇ। ਪਰ ਜਿਹੜੀ ਵੱਡੀ ਪ੍ਰੋਬਲਮ ਇਹ ਆ ਵੀ ਸਾਰੇ ਦੀ ਸਾਰੀ ਜਿਹੜੀ ਫਸਲ ਆ ਉਹ ਸਰਕਾਰ ਨੇ ਇਹਨਾਂ ਮੇਨ ਵਪਾਰੀਆਂ ਨੂੰ ਦੇ ਦਿੱਤੀ। ਇਹ ਜਿਹੜੇ ਪੈਸੇ ਵਾਲੇ ਜਮਾਖੋਰ ਲੋਕ ਜਿਹੜੇ ਪਹਿਲਾਂ ਜਮ੍ਹਾਂ ਕਰਦੇ ਸਨ ਤੇ ਜਮਾਖੋਰੀ ਦਾ ਇੱਕ ਐਕਟ ਸੀ, ਉਹਦੇ ਤਹਿਤ ਇਹ ਕਾਬੂ ਆ ਜਾਂਦੇ ਸਨ। ਇਸ ਕਰਕੇ ਜਿਹੜੀ ਵੀ ਜਮਾਖੋਰੀ ਕਰਦੇ ਡਰ ਕੇ ਕਰਦੇ। ਹੁਣ ਸਰਕਾਰ ਨੇ ਲਾਇਸੈਂਸ ਦੇ ਦਿੱਤਾ ਜਮਾਖੋਰੀ ਦਾ। ਸਾਰਿਆਂ ਨਾਲੋਂ ਜੇ ਕੀਮਤਾਂ ਨੂੰ ਵਧਣ ਤੋਂ ਰੋਕਣ ਦਾ ਸੌਖਾ ਤੇ ਸੁਖਾਲਾ ਤਰੀਕਾ ਸੀ ਉਹ ਸੀ ਜਮਾਖੋਰੀ ਬੰਦ ਕਰਨੀ। ਤੇ ਜਦੋਂ ਅਸੀਂ ਜਮਾਖੋਰੀ ਜਿਹੜੀ ਹੈ ਉਹਨੂੰ ਹੋਰ ਬਲ ਦੇ ਦਿੱਤਾ, ਹੋਰ ਤਾਕਤ ਦੇ ਦਿੱਤੀ, ਤੁਹਾਡੇ ਕੋਲ ਜਿੰਨਾ ਵੀ ਰੁਪਈਆ ਹੈ ਲਾ ਕੇ ਤੁਸੀਂ ਜਮ੍ਹਾਂ ਕਰ ਲਓ, ਤੇ ਫਿਰ ਸਾਡੇ ਹੱਥ 'ਚੋਂ ਸਾਰਾ ਕੁਝ ਨਿਕਲ ਗਿਆ। ਨਾ ਫਿਰ ਸਰਕਾਰ ਹੀ ਰੇਟ ਫਿਕਸ ਕਰ ਸਕਦੀ, ਕਿਉਂਕਿ ਸਰਕਾਰ ਦੇ ਨਾਲ ਤਾਂ ਪਹਿਲਾਂ ਹੀ ਸੰਡ ਹੋਈ ਪਈ। ਸਰਕਾਰ ਦੇ ਨਾਲ ਤੇ ਪਹਿਲਾਂ ਹੀ ਗਿਣਤੀਆਂ ਹੋਈਆਂ ਪਈਆਂ। ਸਰਕਾਰ ਨਾਲ ਤੇ ਹੱਥ ਰਲੇ ਹੋਏ। ਸਰਕਾਰ ਨੂੰ ਸਰਕਾਰ ਦਾ ਟੈਕਸ ਤੁਰਿਆ ਜਾਵੇਗਾ ਤੇ ਕਿਸਾਨ ਵਿਚਾਰਾ ਜਿਹੜਾ ਫਸਲ ਬੀਜਦਾ ਉਹਦੇ ਕੋਲੋਂ ਜਿਹੜੀਆਂ ਫਸਲਾਂ ਖੋਹ ਕੇ ਤੇ ਵਪਾਰੀਆਂ ਨੂੰ ਦੇ ਦਿੱਤੀਆਂ ਜਾਣਗੀਆਂ। ਫਸਲਾਂ ਨੂੰ ਬੀਜਣ ਦਾ, ਫਸਲਾਂ ਨੂੰ ਵੇਖਣ ਦਾ, ਇਹਨਾਂ ਵਿੱਚ ਜਾ ਕੇ ਪਾਣੀ ਲਾਉਣ ਦਾ, ਇਹਨਾਂ ਦੀ ਗੋਡੀ ਚੋਖੀ ਕਰਨ ਦਾ, ਇਹਨਾਂ ਨੂੰ ਖਾਦਾਂ ਪਾਉਣ ਦਾ ਹੱਕ ਸੀ ਜਿਹੜਾ ਸਾਡਾ, ਜਿਹੜਾ ਅਸੀਂ ਮਾਲਕਾਨਾ ਹੱਕ ਰੱਖਦੇ ਸਾਂ, ਉਹ ਸਾਡਾ ਮਾਲਕਾਨਾ ਹੱਕ ਸਾਡੇ ਕੋਲੋਂ ਖੋਹ ਲਿਆ ਜਾਏਗਾ। ਅਸੀਂ ਉਸ ਚਾਅ ਨਾਲ, ਅਸੀਂ ਉਸ ਖੁਸ਼ੀ ਨਾਲ ਜਿਹੜੀਆਂ ਖਾਦਾਂ ਪਾਉਂਦੇ ਹਾਂ, ਜਿਹੜੀਆਂ ਸਪਰੇਆਂ ਕਰਦੇ ਹਾਂ, ਜਿਹੜੀ ਵਾਹੀ ਕਰਦੇ ਹਾਂ, ਉਹ ਸਾਡਾ ਜਿਹੜਾ ਚਾਅ ਹੈ ਉਹ ਖਤਮ ਹੋ ਜਾਏਗਾ। ਕਿਉਂਕਿ ਇਸ ਫਸਲ ਹੁਣ ਸਾਡੀ ਨਹੀਂ, ਇਹ ਫਸਲ ਵਪਾਰੀ ਦੀ ਹੈ। ਤੇ ਜੇ ਅਸੀਂ ਇਹਦੇ ਵਿੱਚ ਖਾਦ ਪਾਉਨੇ ਤੇ ਲੇਬਰ ਬਣ ਕੇ ਪਾਵਾਂਗੇ। ਪਹਿਲਾਂ ਮਾਲਕ ਬਣ ਕੇ ਪਾਈਦੀ ਸੀ, ਬੜੇ ਚਾਅ ਨਾਲ ਪਾਈਦੀ ਸੀ, ਪਤਾ ਹੀ ਨਹੀਂ ਸੀ ਲੱਗਦਾ। ਕਿਸਾਨ ਨੂੰ ਚਾਹੇ ਹੱਥ ਪੱਲੇ ਪੈਂਦਾ ਸੀ ਕੁਛ, ਚਾਹੇ ਨਹੀਂ ਸੀ ਪੈਂਦਾ। ਕਿਸਾਨ ਕੋਲੇ ਚਾਹੇ ਉਹਨੂੰ ਜਿਹੜੀ ਉਹ ਕੰਮ ਕਰਦਾ ਸੀ ਉਹਦੀ ਮਜ਼ਦੂਰੀ ਵੀ ਵਾਪਸ ਨਹੀਂ ਸੀ ਆਉਂਦੀ, ਪਰ ਉਹਨੂੰ ਇੱਕ ਚਾਅ ਸੀ, ਉਹਨੂੰ ਇੱਕ ਖੁਸ਼ੀ ਸੀ ਅੰਦਰੋਂ, ਮੈਂ ਆਪਣੇ ਖੇਤਾਂ ਵਿੱਚ ਕੰਮ ਕਰਦਾ, ਕਮ ਸੇ ਕਮ ਮੈਂ ਦਿਹਾੜੀ ਨਹੀਂ ਕਰਦਾ। ਸਾਡਾ ਜਿਹੜਾ ਕਿਸਾਨ ਹੈ ਇਹ ਦਿਹਾੜੀਦਾਰ ਨਹੀਂ, ਦਿਹਾੜੀ ਨਹੀਂ ਕਰਦਾ,
ਇਹਦਾ ਸੁਭਾਅ ਹੈ। ਇਹ ਜਿੰਨਾ ਵੀ ਜ਼ੋਰ ਕਿਸਾਨ ਦਾ ਲੱਗਦਾ ਜ਼ਮੀਨਾਂ ਵੱਧ ਖਰੀਦਣ ਵਾਸਤੇ, ਇਸੇ ਕਰਕੇ ਲੱਗਦਾ। ਕਿਸਾਨ ਮਾਲਕ ਬਣਨਾ ਚਾਹੁੰਦਾ ਵੀ ਮੈਂ ਮਾਲਕ ਹਾਂ, ਅਤੇ ਮਾਲਕ ਬਣ ਕੇ ਆਪਣੇ ਖੇਤਾਂ ਵਿੱਚ ਭਾਵੇਂ ਸਾਰਾ ਦਿਨ ਹੀ ਕੰਮ ਕਰੇ ਕਿਸਾਨ, ਨਾ ਅੱਕਦਾ ਅਤੇ ਨਾ ਥੱਕਦਾ। ਕਿਸਾਨਾਂ ਕੋਲੇ 1.5 2 ਕਿੱਲਾ ਜ਼ਮੀਨਾਂ, ਉਹ ਉਹਨਾਂ ਦੇ ਵਿੱਚ ਫਸਲਾਂ ਉਗਾਉਂਦੇ, ਸਬਜ਼ੀਆਂ ਉਗਾਉਂਦੇ, ਦਿਨ ਰਾਤ ਮਿਹਨਤਾਂ ਕਰਦੇ ਅਤੇ ਆਪਦੇ ਬੱਚਿਆਂ ਦਾ ਪੇਟ ਪਾਲਦੇ, ਥੱਕਦੇ ਹੀ ਨਹੀਂ। ਸਾਰਾ ਦਿਨ ਕੰਮ ਕਰਕੇ ਵੀ ਨਹੀਂ ਥੱਕਦੇ। ਇੱਥੋਂ ਤੱਕ ਵੀ ਕਿਸਾਨ ਮੈਂ ਵੇਖੇ ਜਿਹੜੀਆਂ ਫਸਲਾਂ ਹਨ, ਉਹ ਜਦੋਂ ਫਸਲਾਂ ਪੱਕਦੀਆਂ ਅਤੇ ਉਹਨਾਂ ਨੂੰ ਸਬਜ਼ੀਆਂ ਨੂੰ ਤੋੜ ਕੇ ਅਤੇ ਟੋਕਰਿਆਂ 'ਚ ਪਾਉਂਦੇ, ਟੋਕਰਿਆਂ 'ਚ ਪਾ ਕੇ ਮੰਡੀ ਤੱਕ ਆਪ ਲੈ ਕੇ ਜਾਂਦੇ। ਮੈਂ ਆਪਣੇ ਅੱਖਾਂ ਨਾਲ ਕਿਸਾਨ ਵੇਖੇ। ਹੁਣ ਥੋੜ੍ਹਾ ਜਿਹਾ ਜ਼ਮਾਨਾ ਬਦਲਿਆ, ਕੋਈ ਸਾਈਕਲ ਆਏ, ਫਿਰ ਮੋਟਰਸਾਈਕਲ ਆਏ। ਮੋਟਰਸਾਈਕਲਾਂ 'ਤੇ ਅੱਜ ਵੀ ਕਿਸਾਨ ਆਮ ਤੌਰ 'ਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਹਨ ਉਹਨਾਂ ਨੂੰ ਉਗਾਉਂਦੇ ਅਤੇ ਬੜੇ ਚਾਅ ਨਾਲ, ਚਾਹੇ ਉਹਨਾਂ ਨੂੰ ਜਿੰਨਾ ਕੁ ਮਿਹਨਤਾਨਾ ਹੈ ਉਹੀ ਹੱਥ ਆਉਂਦਾ, ਬਹੁਤੇ ਰੁਪਈਏ ਨਹੀਂ ਵੀ ਵੱਟੇ ਜਾਂਦੇ, ਫਿਰ ਵੀ ਕਿਸਾਨ ਚਾਅ ਨਾਲ ਸਾਰੇ ਪਰਿਵਾਰ ਨੂੰ ਲਾ ਕੇ ਕੋਈ ਮਿਰਚਾਂ ਤੋੜਦਾ, ਕੋਈ ਗੋਭੀ ਨੂੰ ਉਗਾਉਂਦਾ ਅਤੇ ਉਹਨੂੰ ਤੋੜ ਕੇ ਉਹਦੇ ਫੁੱਲ, ਕੋਈ ਗਾਜਰਾਂ ਪੁੱਟਦਾ, ਕੋਈ ਮੂਲੀਆਂ ਪੁੱਟਦਾ, ਉਹਨੂੰ ਧੋ ਕੇ ਤੋੜਿਆਂ ਵਿੱਚ ਪਾ ਕੇ, ਕੋਈ ਆਲੂ ਪੁੱਟਦਾ, ਉਹਨਾਂ ਨੂੰ ਪੁੱਟ ਕੇ ਧੋ ਕੇ ਆਲੂ ਵਿੱਚ ਪਾ ਕੇ ਬੋਰੀਆਂ ਦੇ ਮੰਡੀ ਦੇ ਵਿੱਚ ਵੇਚਣ ਆਉਂਦੇ, ਅਤੇ ਬੜਾ ਚਾਅ ਹੁੰਦਾ। ਕੋਈ ਚਿੰਤਾ ਹੀ ਨਹੀਂ ਅੰਦਰ ਵੀ ਸਾਨੂੰ ਕੁਛ ਪਿੜ ਪੱਲੇ ਪਵੇਗਾ ਜਾਂ ਨਹੀਂ ਪਵੇਗਾ, ਕਿਸਾਨ ਨੂੰ ਕੁਛ ਵੀ ਨਾ ਬਚੇ। ਅਤੇ ਕਿਸਾਨ ਨੂੰ ਇੰਨਾ ਕੁ ਮਾਣ ਹੁੰਦਾ, ਮੈਂ ਆਪਦੇ ਖੇਤ ਵਿੱਚ ਕੰਮ ਕੀਤਾ, ਮਜ਼ਦੂਰੀ ਨਹੀਂ ਕੀਤੀ, ਮੈਂ ਜਾ ਕੇ ਕਿਤੇ ਦਿਹਾੜੀ ਨਹੀਂ ਕੀਤੀ। ਜਿਹੜਾ ਕਿਸਾਨ ਦੇ ਉੱਤੇ ਸਾਰਿਆਂ ਨਾਲੋਂ ਵੱਡਾ ਅੱਜ ਇਫੈਕਟ ਪੈ ਰਿਹਾ ਉਹ ਕੀ ਹੈ? ਕਿਸਾਨ ਨੂੰ ਦਿਸ ਰਿਹਾ ਮੈਂ ਮਾਲਕ ਤੋਂ ਮਜ਼ਦੂਰ ਬਣ ਜਾਗਾ। ਕਿਸਾਨ ਹਮੇਸ਼ਾ ਹੀ ਮਾਲਕ ਬਣ ਕੇ ਖੁਸ਼ ਰਿਹਾ, ਇਹਨੇ ਹੋਰ ਕੁਛ ਕੀਤਾ ਹੀ ਨਹੀਂ। ਇਹਨੇ ਜਿਹੜੀ ਫਸਲ ਹੈ ਉਹ ਵਧਾਉਣ ਵਾਸਤੇ ਖੇਤ ਵੱਧ ਕੀਤੇ, ਆਪਦੇ ਜਿਹੜੀਆਂ ਸਹੂਲਤਾਂ ਹਨ ਉਹਨਾਂ ਦੇ ਉੱਤੇ ਅੰਕਸ ਲਾ ਕੇ ਵੱਧ ਜ਼ਮੀਨਾਂ ਖਰੀਦੀਆਂ ਅਤੇ ਉਹਨਾਂ ਦੇ ਵਿੱਚ ਜ਼ਿਆਦਾ ਮਿਹਨਤ ਕੀਤੀ। ਪਰ ਹੁਣ ਜਦੋਂ ਇਹ ਜ਼ਮੀਨਾਂ ਸਰਕਾਰ ਕੋਲੇ ਚੱਲ ਜਾਣਗੀਆਂ ਜਾਂ ਸਰਕਾਰ ਆਪਣੇ ਕਾਨੂੰਨ ਦੇ ਨਾਲ ਇਹਨਾਂ ਵਪਾਰੀਆਂ ਨੂੰ ਦੇ ਦੇਗੀ ਅਤੇ ਅਸੀਂ ਮਜ਼ਦੂਰ ਬਣ ਕੇ ਰਹਿ ਜਾਂਗੇ। ਮਜ਼ਦੂਰ ਬਣ ਕੇ ਇਹਨਾਂ ਦੇ ਖੇਤਾਂ ਵਿੱਚ ਕੰਮ ਕਰਨਾ ਪਵੇਗਾ। ਮੈਂ ਵਿਦੇਸ਼ ਜਾ ਕੇ ਆਇਆ, ਚਾਹੇ ਉੱਥੇ ਇੱਕ ਦਿਨ ਦਾ ਕੋਈ 4-5 ਹਜ਼ਾਰ ਰੁਪਈਆ ਮਿਲ ਜਾਂਦਾ ਸੀ, ਪਰ ਅੰਦਰੋਂ ਇੱਕ ਮਹਿਸੂਸ ਹੁੰਦਾ ਸੀ ਆਪਾਂ ਮਾਲਕ ਨਹੀਂ ਹਾਂ, ਮਾਲਕ ਆ ਗੋਰਾ ਸਰਾਣੇ ਖੜਾ ਹੈ, ਅਸੀਂ ਮਜ਼ਦੂਰ ਹਾਂ ਅਤੇ ਇਹ ਮਾਲਕ ਕੋਈ ਹੈ ਉਹਦੇ ਖੇਤਾਂ ਵਿੱਚ ਜਾ ਕੇ ਕੰਮ ਕਰ ਰਿਹਾ। ਅਤੇ ਅੰਦਰੋਂ ਉਹ ਖੁਸ਼ੀ ਨਹੀਂ ਮਿਲਦੀ, ਅੰਦਰੋਂ ਫੀਲਿੰਗ ਨਹੀਂ ਸੀ ਮਿਲਦੀ ਜਿਹੜਾ ਅਸੀਂ ਕਿਸਾਨ ਹੋਣ ਦੇ ਨਾਤੇ ਇੱਥੇ ਆਪਦੀਆਂ ਫਸਲਾਂ ਵਿੱਚ, ਆਪਣੀ ਖੇਤੀ ਵਿੱਚ ਕੰਮ ਕਰਦੇ ਸਾਂ ਅਤੇ ਬੜੇ ਚਾਅ ਨਾਲ। ਕੋਈ ਸਾਡੇ ਸਿਰ ਉੱਤੇ ਨਹੀਂ ਸੀ ਹੁੰਦਾ, ਉਹ ਸਾਡੇ ਸਿਰ ਉੱਤੇ ਹੁੰਦੇ ਸੀ ਗੋਰੇ। ਇਸੇ ਤਰ੍ਹਾਂ ਹੀ ਇਹ ਵਪਾਰੀ ਲੋਕ ਸਾਡੇ ਸਿਰ ਉੱਤੇ ਹੋਣਗੇ, ਇਹਨਾਂ ਕੰਟਰੈਕਟਰ ਰੱਖੇ ਹੋਣਗੇ, ਉਹ ਸਾਨੂੰ ਵੇਖਣਗੇ, ਜਿਹੜਾ ਵੀ ਬੰਦਾ ਕੰਮਕਾਰ ਕਰੇਗਾ ਉਹਦੇ ਸਿਰ 'ਤੇ ਖਲੋ ਕੇ ਕੰਮਕਾਰ ਕਰਵਾਉਣਗੇ। ਅਸੀਂ ਅਣਖੀ ਪੰਜਾਬੀ ਲੋਕ ਹਾਂ, ਸਾਡੀ ਗੈਰਤ, ਸਾਡੀ ਅਣਖ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਵੀ ਅਸੀਂ ਕੰਮ ਕਰੀਏ, ਸਾਡੇ ਸਿਰ ਉੱਤੇ ਕੋਈ ਮਾਲਕ ਖਲੋਤਾ ਹੋਵੇ ਅਤੇ ਉਹ ਸਾਡੇ ਕੋਲ ਕੰਮ ਕਰਾਵੇ। ਕਿਸਾਨ ਦਾ ਜਿਹੜਾ ਬੱਚਾ ਹੈ, ਕਿਸਾਨ ਖੁਦ ਹੈ, ਉਹਨੂੰ ਜੇ ਜ਼ਿਆਦਾ ਵੱਡੀ ਪ੍ਰੋਬਲਮ ਆਉਂਦੀ ਤਾਂ ਆ ਰਹੀ। ਜੇ ਕਿਸਾਨ ਦਾ ਅੱਜ ਮੋਰਚਾ ਲੱਗਾ ਹੋਇਆ, ਮੋਰਚਾ ਲੱਗਣ ਦਾ ਮੇਨ ਕਾਰਨ ਇਹ ਹੈ, ਇੱਕ ਤਾਂ ਸਾਨੂੰ ਇਹ ਡਰ ਸਤਾਈ ਜਾ ਰਿਹਾ ਵੀ ਸਰਕਾਰ ਸਾਡੀਆਂ ਜ਼ਮੀਨਾਂ ਸਾਡੇ ਕੋਲੋਂ ਖੋਹ ਕੇ ਅਤੇ ਵਪਾਰੀ ਨੂੰ ਦੇ ਲੱਗੀਆਂ, ਪਤਾ ਨਹੀਂ ਕਿੰਨਾ ਚਿਰ ਰੱਖਣ, ਉਦੋਂ ਬਾਅਦ ਪਤਾ ਨਹੀਂ ਇਹ ਵਪਾਰੀ ਲੋਕ ਸਾਡੀਆਂ ਜ਼ਮੀਨਾਂ ਨੂੰ ਕਿੰਨਾ ਚਿਰ ਆਪਣੇ ਕਬਜ਼ੇ ਵਿੱਚ ਰੱਖਣ, ਅਤੇ ਕੱਲ੍ਹ ਨੂੰ ਸਰਕਾਰ ਕੀ ਕਾਨੂੰਨ ਬਣਾ ਦੇ ਵੀ ਇਹ ਜਿਹੜੀਆਂ ਜ਼ਮੀਨਾਂ ਹਨ, ਜਿਹੜੇ ਇਹਦੇ ਵਿੱਚ ਕਾਸ਼ਤ ਕਰਦੇ ਉਹੀ ਇਹਦੇ ਮਾਲਕ ਹਨ। ਬਸ ਇੱਕ ਜਿਹੜਾ ਕਿਸਾਨ ਹੈ ਉਹਨੂੰ ਇਹ ਡਰ ਸਤਾ ਰਿਹਾ। ਅਤੇ ਦੂਸਰਾ ਡਰ ਕੀ ਹੈ,
ਸਾਨੂੰ ਇਹਨਾਂ ਖੇਤਾਂ ਵਿੱਚ ਕੰਮ ਕਰਨਾ ਪੈਣਾ। ਕਿੱਥੇ ਅਸੀਂ ਮਾਲਕ ਸਾਂ, ਹੁਣ ਮਜ਼ਦੂਰ ਬਣਨਾ ਪੈਣਾ। ਸਰਕਾਰ ਆਪਦੇ ਥਾਂ 'ਤੇ ਰੌਲਾ ਪਾਉਂਦੀ ਪਹਿਲਾਂ ਤੁਹਾਨੂੰ ਮਿਹਨਤਾਨਾ ਨਹੀਂ ਸੀ ਮਿਲਦਾ, ਤੁਸੀਂ ਆਪਣੀ ਮਰਜ਼ੀ ਨਾਲ ਉਹ ਫਸਲਾਂ ਬੀਜ ਦਿੰਦੇ ਜਿਹੜੀਆਂ ਸਾਨੂੰ ਲੋੜ ਨਹੀਂ, ਸਾਨੂੰ ਜਮ੍ਹਾਂ ਕਰਨੀਆਂ ਪੈਂਦੀਆਂ। ਸਾਡੀ ਜਿਹੜੀ ਕਣਕ ਹੈ ਉਹ ਰੁਲ ਜਾਂਦੀ, ਝੋਨਾ ਰੁਲ ਜਾਂਦਾ, ਸੜ ਜਾਂਦਾ, ਗੋਦਾਮਾਂ 'ਚ ਪਿਆ। ਇਹ ਜਿਹੜੇ ਵਪਾਰੀ ਲੋਕ ਹਨ, ਇਹ ਜਿਹੜੀ ਫਸਲ ਬੀਜਣਗੇ, ਇਹ ਪਹਿਲਾਂ ਅੰਦਾਜ਼ਾ ਲਾ ਕੇ ਬੀਜਣਗੇ ਵੀ ਇੰਨੀ ਸਾਡੀ ਜਿਹੜੀ ਫਸਲ ਹੈ ਉਹ ਸਾਡੇ ਕੰਮ ਦੀ ਹੈ, ਇੰਨੀ ਕੁ ਅਸੀਂ ਜਿਹੜੀ ਇਸਤੇਮਾਲ ਕਰ ਲਾਂਗੇ। ਮੰਨ ਕੇ ਚਲੋ ਇਹਨਾਂ ਨੂੰ ਇਲਾਕਾ ਕਿੰਨਾ ਚਾਹੀਦਾ ਜਿਹਦੇ ਵਿੱਚ ਟਮਾਟਰ ਬੀਜਣੇ, ਜਿਹਦਾ ਇਹ ਟਮਾਟਰ ਦਾ ਜੂਸ ਬਣਾ ਸਕਣ। ਕਿੰਨਾ ਇਹਨਾਂ ਨੇ ਸੰਤਰਾ ਬੀਜਣਾ, ਉਹ ਕਿਹੜੇ ਇਲਾਕੇ 'ਚ ਬੀਜਣਾ, ਕਿੰਨੀ ਇਹਨਾਂ ਨੇ ਕਣਕ ਬੀਜਣੀ ਅਤੇ ਕਿਹੜੇ ਇਲਾਕੇ 'ਚ ਬੀਜਣੀ, ਕਿੰਨਾ ਝੋਨਾ ਲਾਉਣਾ ਅਤੇ ਕਿਹੜੇ ਇਲਾਕੇ 'ਚ ਲਾਉਣਾ, ਕਿੰਨੀ ਮਿਰਚ ਲਾਉਣੀ ਅਤੇ ਕਿਹੜੇ ਇਲਾਕੇ 'ਚ ਲਾਉਣੀ, ਉਹਦੀ ਸਾਰੀ ਦੀ ਸਾਰੀ ਪਹਿਲਾਂ ਪਲਾਨਿੰਗ ਹੋ ਗਏ। ਇਹ ਜਿੰਨੀ ਵੀ ਤੁਹਾਡੀ ਫਸਲ ਹੈ ਇਹ ਇਹਨਾਂ ਮੰਡੀਆਂ ਦੇ ਵਿੱਚ ਨਾ ਆ ਕੇ ਸਾਰੀ ਦੀ ਸਾਰੀ ਇਹਨਾਂ ਦੇ ਗੋਦਾਮਾਂ 'ਚ ਜਾਏਗੀ। ਇਹਨਾਂ ਦੇ ਗੋਦਾਮਾਂ ਦੇ ਵਿੱਚੋਂ ਫਿਰ ਇਹ ਤੁਹਾਡੀਆਂ ਦੁਕਾਨਾਂ 'ਤੇ ਆਏਗੀ ਅਤੇ ਰੇਟ ਵਧਣ ਦੇ 100% ਚਾਂਸ ਆ। ਅੱਜ ਜੇ ਸਰਕਾਰ ਸਾਨੂੰ ਗਣਾ ਰਹੀ ਵੀ ਤੁਹਾਨੂੰ ਅਸੀਂ ਮਿਹਨਤਾਨਾ ਦੇਵਾਂਗੇ, ਤੁਹਾਨੂੰ ਮਜ਼ਦੂਰੀ ਦੇਵਾਂਗੇ, ਅਤੇ ਆਮ ਬੰਦਾ ਚੁੱਪ ਕਰਕੇ ਬੈਠਾ, ਇਹ ਵੀਰੋ ਜਿਹੜਾ ਬੋਝ ਹੈ ਆਮ ਬੰਦੇ 'ਤੇ ਪੈਣ ਵਾਲਾ। ਜਿਹੜਾ ਆਮ ਬੰਦਾ ਜੇ ਚੁੱਪ ਕਰਕੇ ਬੈਠਾ ਨਾ, ਜਿਹੜਾ ਕਿਸਾਨ ਦੇ ਹੱਕ 'ਚ ਨਹੀਂ ਬੋਲਦਾ, ਇਸ ਆਮ ਇਨਸਾਨ ਨੂੰ ਕੱਲ੍ਹ ਨੂੰ ਪਛਤਾਉਣਾ ਪਏਗਾ ਵੀ ਜੇ ਅਸੀਂ ਵੀ ਕਿਸਾਨਾਂ ਦੇ ਹੱਕ ਵਿੱਚ ਖਲੋਤੇ ਹੁੰਦੇ, ਜੇ ਕਿਤੇ ਅਸੀਂ ਵੀ ਕਿਸਾਨਾਂ ਦਾ ਸਾਥ ਦਿੱਤਾ ਹੁੰਦਾ, ਅਤੇ ਆਹ ਜਿਹੜੀ ਸਾਨੂੰ ਮੰਡੀ ਦੇ ਵਿੱਚੋਂ ਜਿਹੜੀ ਸਬਜ਼ੀ ਮਿਲ ਜਾਂਦੀ ਸੀ, ਇਹ ਸਬਜ਼ੀ ਹੁਣ ਮੰਡੀ ਵਿੱਚੋਂ ਮਿਲਣੀ ਬੰਦ ਹੋ ਗਈ, ਅਤੇ ਇਹ ਆਪਦੇ ਗੋਦਾਮਾਂ 'ਚ ਲੈ ਕੇ ਜਾਂਦੇ, ਉੱਥੋਂ ਸਧਾਈ ਉਹਦੀ ਕਰਕੇ, ਅਤੇ ਜਦੋਂ ਇਹ ਸਾਡੀਆਂ ਦੁਕਾਨਾਂ 'ਤੇ ਆਏਗੀ ਅਤੇ ਇਹਦੇ ਰੇਟ 7ਵੇਂ ਸਮਾਨ ਨੂੰ ਛੂਹ ਚੁੱਕੇ ਹੋਣਗੇ। ਸਾਡੀ ਮਜਬੂਰੀ ਬਣ ਜਾਏਗੀ ਆਮ ਇਨਸਾਨ ਦੀ, ਸਾਨੂੰ ਸਬਜ਼ੀ ਤਾਂ ਖਾਣੀ ਪਏਗੀ, ਪਰ ਰੇਟ ਜਿਹੜਾ ਇਹ ਵਪਾਰੀ ਹੈ ਇਹਦੇ ਹਿਸਾਬ ਦੇ ਹੋਣਗੇ। ਇਹੋ ਹੀ ਖੇਤੀ ਜਿਹੜੀ ਹੈ, ਜਿਹੜਾ ਅਸੀਂ ਵੇਚਦੇ ਜਿਹੜੀ ਵੀ ਫਸਲ ਆ, ਉਹ ਸਮਝ ਲਓ ਜਿਹੜੀ 10 ਰੁਪਏ ਵਿਕਦੀ ਉਹ 40, ਅਸੀਂ 10 ਰੁਪਏ ਵੇਚ ਕੇ ਆਉਂਦੇ ਹਾਂ ਕਿਲੋ, ਪਰ ਕਿਲੋ ਦੇ ਹਿਸਾਬ ਨਾਲ ਉਹੋ ਹੀ 30-40 ਰੁਪਏ ਕਿਲੋ ਅੱਗੇ ਰੇਹੜੀ ਵਾਲਾ ਵੇਚੀ ਜਾਂਦਾ। ਜਿੰਨੀ ਕਮਾਈ ਕਿਸਾਨ ਨਹੀਂ ਕਰ ਸਕਦਾ ਉਹ ਰੇਹੜੀ ਵਾਲਾ ਕਰ ਲੈਂਦਾ, ਦੁਕਾਨ ਵਾਲਾ ਕਰ ਲੈਂਦਾ ਬੈਠਾ ਬਿਠਾਏ। ਦੁਕਾਨਦਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਦੁਕਾਨਦਾਰ ਨੇ ਮੰਨ ਕੇ ਚਲੋ ਜੇ 30 ਰੁਪਏ ਪਰ KG ਦੇ ਹਿਸਾਬ ਨਾਲ ਗੋਭੀ ਖਰੀਦੀ, ਗਾਜਰ ਖਰੀਦੀ, ਜਾਂ ਕੋਈ ਵੀ ਫਸਲ ਲੈ ਲਓ, ਉਹਨੇ ਤਾਂ ਆਪਦੀ ਜਿਹੜੀ ਉਹਦੇ ਵਿੱਚੋਂ ਕਮਾਈ ਹੈ ਉਹ ਕਰ ਲੈਣੀ, ਉਹਦਾ ਤਾਂ ਵੱਟਾ ਪੱਕਾ। ਫਰਕ ਪੈਣ ਵਾਲਾ ਆਮ ਇਨਸਾਨ ਨੂੰ, ਜਿਹੜਾ ਸਬਜ਼ੀਆਂ ਰੋਜ਼ ਖਾਂਦਾ ਤਾਜ਼ੀਆਂ, ਉਹ ਜਿਹੜੀਆਂ ਤਾਜ਼ੀਆਂ ਸਬਜ਼ੀਆਂ ਉਹ ਵਪਾਰੀ ਕੋਲੋਂ ਹੋ ਕੇ ਆਉਣਗੀਆਂ, ਵਪਾਰੀ ਦੇ ਗੋਦਾਮ 'ਚੋਂ ਆਉਣਗੀਆਂ, ਉੱਥੇ ਸੋਧ ਸਧਾਈ ਹੋਏਗੀ, ਅਤੇ ਸੋਧ ਸਧਾਈ ਤੋਂ ਬਾਅਦ ਉਹ ਜਦੋਂ ਪੈਕਟਾਂ 'ਚ ਬੰਦ ਹੋ ਕੇ ਇੱਥੇ ਆਉਣਗੀਆਂ ਅਤੇ ਉਹਦੇ ਰੇਟ ਬਦਲੇ ਹੋਣਗੇ। ਅੱਜ ਵਾਲੀ ਗੱਲ ਨਹੀਂ ਰਹਿ ਗਈ। ਅਸੀਂ ਮੰਡੀਆਂ ਵਿੱਚ ਜਾਂਦੇ ਹਾਂ, ਸਾਡਾ ਬੜਾ ਸੋਹਣਾ ਸੁਭਾਅ, ਮੈਂ ਸ਼ਹਿਰ ਵਿੱਚ ਰਹਿਣਾ, ਇੱਥੋਂ ਕਦੀ ਸੈਰ ਕਰਦੇ, ਕਦੀ ਕੋਈ ਸਾਈਕਲ 'ਤੇ ਚੜ੍ਹਿਆ, ਕੋਈ ਮੋਟਰਸਾਈਕਲ 'ਤੇ ਚੜ੍ਹਿਆ, ਮੰਡੀ 'ਚ ਜਾਂਦਾ, ਕਿਸੇ ਨੂੰ ਕਿਲੋ, ਕਿਸੇ ਨੂੰ 2 ਕਿਲੋ, ਕਿਸੇ ਨੂੰ 3 ਕਿਲੋ, ਆਪਦੀ ਜ਼ਰੂਰਤ ਅਨੁਸਾਰ ਜਿੰਨੀ ਸਬਜ਼ੀ ਦੀ ਲੋੜ ਹੁੰਦੀ ਉੱਥੋਂ ਤਾਜ਼ੀ ਸੁਬਾਹ ਜਦੋਂ ਬੋਲੀ ਲੱਗਦੀ ਆ ਉਦੋਂ ਹੀ ਚੁੱਕ ਲੈਂਦੇ। ਕਿਸੇ ਦੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਅਤੇ ਕਿਸਾਨ ਕੋਈ ਗੋਭੀ ਲੈ ਕੇ ਆਉਂਦਾ, ਕੋਈ ਮਟਰ ਲੈ ਕੇ ਆਉਂਦਾ, ਜਿੰਨੀ ਸਾਨੂੰ ਲੋੜ ਹੁੰਦੀ, ਜਦੋਂ ਬੋਲੀ ਹੁੰਦੀ, ਬੋਲੀ ਦੇ ਵਿੱਚ ਖਲੋ ਕੇ ਅਸੀਂ ਵੀ ਉਸ ਫਸਲ ਨੂੰ ਖਰੀਦ ਸਕਦੇ ਹਾਂ, ਅਤੇ ਸਾਨੂੰ ਜਿਹੜਾ ਉਹ ਸਸਤਾ ਪੈਂਦਾ ਸੀ। ਜਿਹੜੀ ਮਾਰਕੀਟ ਫੀਸ ਹੈ ਉਹ ਦੇ ਕੇ ਅਤੇ ਅਸੀਂ ਵਪਾਰੀ ਦੇ ਰੇਟ 'ਤੇ ਉਹ ਜਿਹੜੀ ਵਿਆਹ ਵਾਸਤੇ ਕੋਈ 2-4 ਬੋਰੀਆਂ ਲਿਆਉਣੀਆਂ ਹੁੰਦੀਆਂ ਉਹ ਲੈ ਆਉਂਦੇ, ਪਰ ਹੁਣ ਇਹ ਸਾਰਾ ਕੁਛ ਹੀ ਖਤਮ ਹੋ ਜਾਏਗਾ। ਸਾਨੂੰ ਉਹਨਾਂ ਗੋਦਾਮਾਂ ਕੋਲ ਜਾਣਾ ਪਏਗਾ, ਉਹਨਾਂ ਗੋਦਾਮਾਂ ਵਿੱਚੋਂ ਜਿਹੜੀਆਂ ਫਸਲਾਂ ਹਨ ਉਹ ਚੁੱਕ ਕੇ ਲਿਆਉਣੀਆਂ ਪੈਣਗੀਆਂ ਇਕੱਠੀਆਂ, ਅਤੇ ਰੇਟ 7ਵੇਂ ਸਮਾਨ 'ਤੇ
ਚੜ੍ਹੇ ਹੋਣਗੇ। ਸਾਡੀਆਂ ਜ਼ਮੀਨਾਂ ਵਿੱਚ ਹੀ ਇਹ ਲੋਕ ਫਸਲਾਂ ਬੀਜਣਗੇ, ਹੱਕ ਇਹਨਾਂ ਦਾ ਹੋਏਗਾ। ਜਮਾਖੋਰੀ ਇਹ ਕਰਨਗੇ, ਰੇਟ ਇਹ ਫਿਕਸ ਕਰਨਗੇ, ਰੇਟ ਇਹ ਤੈਅ ਕਰਨਗੇ। ਸਾਨੂੰ 4 ਰੁਪਈਏ ਬਚਦੇ ਆ ਅਤੇ ਫਿਰ ਅਸੀਂ ਦਈਏ। ਸਾਡੀ ਮਜਬੂਰੀ ਹੋਇਆ ਕਰਦੀ ਸੀ ਮੰਡੀ ਦੇ ਵਿੱਚ ਜਾ ਕੇ ਜਦੋਂ ਵੇਚਣਾ, ਅਤੇ ਇੱਥੇ ਜਿਹੜੇ ਆੜ੍ਹਤੀ ਲੋਕ ਉਹਨਾਂ ਨੇ ਪਹਿਲਾਂ ਰਾਇ ਬਣਾਈ ਹੁੰਦੀ ਸੀ ਮਾਰਕੀਟ ਦਾ ਅੱਜ ਰੇਟ ਇੰਨਾ ਕੁ ਰੱਖਣਾ। ਸਾਡੀਆਂ ਜਿਹੜੀਆਂ ਫਸਲਾਂ ਸਨ ਉਹ ਫਿਰ ਵੀ ਅਸੀਂ, ਕੋਈ ਨਿੱਕਾ ਕਿਸਾਨ ਆ ਅਤੇ ਉਹ ਕੋਈ 1 ਬੋਰੀ, ਕੋਈ 2 ਬੋਰੀਆਂ, ਕੋਈ 1 ਤੋੜਾ, ਕੋਈ 2 ਤੋੜੇ, ਕੋਈ 5-10 ਤੋੜੇ ਉਹ ਲੈ ਕੇ ਆਉਂਦੇ, ਅਤੇ ਸਾਡੀ ਜਿਹੜੀ ਉੱਥੇ ਬੋਲੀ ਹੋ ਜਾਂਦੀ। ਸਾਡਾ ਜਿਹੜਾ ਮਨ ਖੁਸ਼ ਹੋ ਜਾਂਦਾ ਵੀ ਬੋਲੀ ਲਾ ਕੇ ਸਾਡੀ ਫਸਲ ਵਿਕੀ ਆ, ਜਿਹਨੇ ਵੱਧ ਪੈਸੇ ਦਿੱਤੇ ਅਸੀਂ ਉਹਨੂੰ ਦੇ ਕੇ ਆਏ ਹਾਂ। ਹੁਣ ਇਹ ਖੇਡ ਖਤਮ ਹੋ ਜਾਏਗੀ। ਨਾ ਕੋਈ ਕਿਸਾਨ ਮੰਡੀ ਵਿੱਚ ਸੌਦਾ ਲੈ ਕੇ ਆਵੇਗਾ ਅਤੇ ਨਾ ਹੀ ਉਹਦਾ ਵਿਕੇਗਾ। ਹੁਣ ਕੀ ਹੋਏਗਾ, ਸਾਡੀਆਂ ਫਸਲਾਂ ਦੇ ਵਿੱਚ ਇਹ ਵਪਾਰੀ ਲੋਕ ਕਾਸ਼ਤ ਕਰਨਗੇ। ਅਸੀਂ ਜਿਨ੍ਹਾਂ ਨੂੰ ਮਾਇਆ ਦੀ ਲੋੜ ਹੋਏਗੀ, ਜਿਹੜੇ ਤੇ ਵੱਡੇ ਕਿਸਾਨ ਹੋਣਗੇ, ਉਹਨਾਂ ਨੂੰ ਠੇਕੇ ਚੰਗੇ ਮਿਲ ਜਾਣਗੇ, 4 ਪੈਸੇ ਚੰਗੇ ਹੱਥ ਲੱਗ ਜਾਣਗੇ, ਉਹ ਆਪਦਾ ਕੋਈ ਕੰਮਕਾਰ ਕਰ ਲੈਣਗੇ। ਕਿਸਾਨ ਨੂੰ ਵਪਾਰੀ ਬਣਾਉਣ ਦਾ ਸਰਕਾਰ ਕਹਿੰਦੀ ਅਸੀਂ ਇੱਕ ਵਧੀਆ ਉਪਰਾਲਾ ਕੀਤਾ ਵੀ ਤੁਸੀਂ ਕਿਸਾਨੀ ਵਿੱਚ ਇੰਨਾ ਰੁਪਈਆ ਨਹੀਂ ਕਮਾ ਸਕਦੇ, ਤੁਸੀਂ ਵਪਾਰੀ ਬਣੋ। ਅਸੀਂ ਤੁਹਾਨੂੰ ਵਪਾਰੀ ਬਣਨ ਦਾ ਮੌਕਾ ਦਿੱਤਾ। ਠੀਕ ਆ, ਜਿਹੜਾ ਕੋਈ ਵੱਡਾ ਕਿਸਾਨ ਉਹਦੇ ਹੱਥ 4 ਚੰਗੇ ਪੈਸੇ ਆਉਣਗੇ ਅਤੇ ਉਸ ਪੈਸੇ ਨੂੰ ਆਪਣੇ ਵਪਾਰ ਵਿੱਚ ਲਾ ਕੇ ਉਹ ਕੁਛ ਨਾ ਕੁਛ ਵਪਾਰ ਕਰ ਸਕਦਾ। ਪਰ ਜਿਹੜਾ 80% ਤੋਂ ਵੱਧ ਕਿਸਾਨ, ਆਮ ਕਿਸਾਨ ਹੈ, ਉਹ ਵਪਾਰ ਕੀ ਕਰ ਲਏਗਾ? ਉਹਦੇ ਦੇ ਘਰ ਦੇ ਗੁਜ਼ਾਰੇ ਹੋਣੇ ਮੁਸ਼ਕਲ। ਫਿਰ ਕੀ ਹੋਏਗਾ? ਇਹਨਾਂ ਹੀ ਖੇਤਾਂ ਦੇ ਵਿੱਚ ਅਸੀਂ ਕੰਮ ਕਰਾਂਗੇ ਮਜ਼ਦੂਰ ਬਣ ਕੇ, ਅਤੇ ਇਹ ਜਿਹੜੀਆਂ ਫਸਲਾਂ, ਚਾਹੇ ਉਹਦੇ ਵਿੱਚ ਕੋਈ ਸਬਜ਼ੀ ਦੀ ਕਾਸ਼ਤ ਹੁੰਦੀ ਹੈ ਜਾਂ ਕਿਸੇ ਫਸਲ ਦੀ ਕਾਸ਼ਤ ਹੁੰਦੀ, ਉਹ ਜਿਹੜੀ ਕਾਸ਼ਤ ਹੋਣੀ ਹੈ ਉਹਦੇ ਮਾਲਕ ਉਹ ਵਪਾਰੀ ਲੋਕ ਹੋਣਗੇ, ਜਿਹੜੇ ਸਾਡੇ ਕੋਲੋਂ ਜ਼ਮੀਨ ਠੇਕੇ 'ਤੇ ਲੈ ਲੈਣਗੇ ਅਤੇ ਧੱਕੇ ਨਾਲ ਲੈ ਲੈਣਗੇ। ਕਾਨੂੰਨ ਬਣ ਗਿਆ, ਸਾਨੂੰ ਦੇਣੀ ਪਵੇਗੀ। ਜੇ ਅਸੀਂ ਖੁਦ ਆਪ ਫਸਲ ਬੀਜਦੇ ਹਾਂ, ਕਾਸ਼ਤ ਕਰਦੇ ਹਾਂ, ਅਤੇ ਸਾਡੀ ਫਸਲ ਵਿਕਣ ਦੇ ਕੋਈ ਚਾਂਸ ਨਹੀਂ, ਕਿਉਂਕਿ ਆੜ੍ਹਤੀਆ ਖਤਮ ਕੀਤਾ ਜਾ ਰਿਹਾ। ਇਹ ਮੰਡੀਆਂ ਖਤਮ ਹੋ ਰਹੀਆਂ। ਇਹ ਜਿਹੜੇ ਤੁਹਾਨੂੰ ਘੇਰੇ ਬੰਨੇ ਦਿਖਦੇ ਪਨਸਪ ਦੇ ਅਤੇ ਦੂਸਰੇ ਗੋਦਾਮ, ਇਹ ਖਤਮ ਹੋ ਰਿਹਾ। ਇਹ ਸਾਰੇ ਦੇ ਸਾਰੇ ਸਰਕਾਰੀ ਮਹਿਕਮੇ ਖਤਮ ਹੋ ਰਿਹਾ, ਅਤੇ 4-5 ਸਾਲਾਂ ਦੇ ਵਿੱਚ ਇਹ ਸਾਰੇ ਦਾ ਸਾਰਾ ਜਿਹੜਾ ਕਾਰਵਾਈ ਹੋ ਕੇ ਅਤੇ ਸਰਕਾਰ ਸਹਿਜ ਨਹੀਂ ਸਾਰਾ ਕੁਛ ਹੀ ਵਪਾਰੀ ਨੂੰ ਦੇ ਰਹੀ ਹੈ। ਇਹ ਜਿਹੜਾ ਅੱਜ ਦਾ ਮੋਰਚਾ ਲੱਗਾ, ਇਹ ਇਸ ਚੀਜ਼ ਨੂੰ ਲੈ ਕੇ ਲੱਗਾ ਵੀ ਕਿਸਾਨ ਆਪਦੇ ਹੱਕ ਵਿੱਚ ਜਿਹੜੀ ਜ਼ਮੀਨ ਉਹਨੂੰ ਰੱਖਣਾ ਚਾਹੁੰਦਾ ਹੈ, ਵੀ ਜ਼ਮੀਨ ਕਿਸਾਨ ਦੀ ਮਾਂ ਹੈ। ਅਸੀਂ ਦਾਦਿਆਂ ਪੜਦਾਦਿਆਂ, ਜਕੜ ਦਾਦਿਆਂ ਤੋਂ ਇਹਨਾਂ ਵਿੱਚ ਕੰਮ ਕਰਦੇ ਆ ਰਹੇ ਹਾਂ, ਅਤੇ ਮਾਲਕਾਨਾ ਹੱਕ ਰੱਖ ਕੇ ਕਰਦੇ ਆ ਰਹੇ ਹਾਂ। ਜਿਸ ਇਨਸਾਨ ਕੋਲ ਜ਼ਮੀਨ ਹੈ ਨਹੀਂ, ਉਹ ਮਜ਼ਦੂਰ ਖਵਾਉਂਦਾ, ਉਹ ਕਿਸਾਨਾਂ ਵਿੱਚ ਆ ਕੇ ਮਜ਼ਦੂਰੀ ਕਰਦਾ, ਕਿਸਾਨ ਦੇ ਖੇਤ ਵਿੱਚ ਆ ਕੇ ਮਜ਼ਦੂਰੀ ਕਰਦਾ। ਹੁਣ ਉਹ ਜਿਹੜਾ ਮਜ਼ਦੂਰ ਸੀ ਸਾਡਿਆਂ ਖੇਤਾਂ ਵਿੱਚ ਕੰਮ ਕਰਨ ਵਾਲਾ, ਉਸ ਮਜ਼ਦੂਰ ਦੇ ਬਰਾਬਰ ਕਿਸਾਨ ਹੋ ਜਾਏਗਾ, ਕਿਉਂਕਿ ਸਾਨੂੰ ਵੀ ਮਜ਼ਦੂਰੀ ਕਰਨੀ ਪਏਗੀ। ਕਿਸਾਨ ਵੀ ਮਜ਼ਦੂਰੀ ਕਰੇਗਾ, ਅਤੇ ਜਿਹੜੇ ਆਮ ਲੋਕ ਪਹਿਲਾਂ ਮਜ਼ਦੂਰੀ ਕਰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਉਹ ਤਾਂ ਖੁਸ਼ ਹਨ। ਪਹਿਲਾਂ ਅਸੀਂ ਮਜ਼ਦੂਰੀ ਕਰਦੇ ਹਾਂ ਕਿਸਾਨ ਕੋਲੇ, ਅਤੇ ਕਹਿੰਦੇ ਸਾਨੂੰ ਕਿਸਾਨ ਵੱਲੋਂ ਪੂਰੀ ਮਜ਼ਦੂਰੀ ਨਹੀਂ ਸੀ ਮਿਲਦੀ, ਸਿਸਟਮ ਦੇ ਨਾਲ ਮਜ਼ਦੂਰੀ ਨਹੀਂ ਸੀ ਮਿਲਦੀ। ਹੁਣ ਸਾਨੂੰ ਜਿਹੜੀ ਵਪਾਰੀ ਹੈ ਸਿਸਟਮ ਦੇ ਨਾਲ ਉਹ ਮਜ਼ਦੂਰੀ ਦੇਵੇਗਾ। ਇੱਧਰੋਂ ਅਸੀਂ ਕੰਮ ਕਰਕੇ ਹਟਦੇ ਹਾਂ ਅਤੇ ਸਾਡੇ ਰੇਟ ਫਿਕਸ ਹੋ ਜਾਣਗੇ, ਉਹ ਸਾਡੇ ਰੇਟ ਦੇ ਮੁਤਾਬਕ ਸਾਨੂੰ ਮਿਲ ਜਾਏਗਾ। ਵੱਡੀ ਪ੍ਰੋਬਲਮ ਕੀ ਆਏਗੀ ਕਿਸਾਨ ਨੂੰ? ਜਿੱਥੇ ਉਹ ਮਜ਼ਦੂਰ ਨੂੰ ਲੈ ਕੇ ਆਉਂਦਾ ਸੀ ਕੰਮਕਾਰ ਕਰਨ ਵਾਸਤੇ ਮਾਲਕ ਬਣ ਕੇ, ਹੁਣ ਉਸ ਮਜ਼ਦੂਰ ਦੇ ਨਾਲ ਮਜ਼ਦੂਰ ਬਣ ਕੇ ਕੰਮ ਕਰਨਾ ਪਵੇਗਾ। ਜਿਹੜਾ ਇਹਦਾ ਲੈਵਲ ਸੀ ਸਰਦਾਰੀ ਵਾਲਾ, ਇਹਦੀ ਸਰਦਾਰੀ ਜਾਂਦੀ ਰਹਿ ਗਈ, ਅਤੇ ਮਜ਼ਦੂਰ ਦੇ ਨਾਲ ਮਜ਼ਦੂਰ ਬਣ ਕੇ ਕੰਮ ਕਰਨਾ ਪਏਗਾ। ਕਿਸਾਨ ਦੀਆਂ ਮੇਨ ਜਿਹੜੀਆਂ ਪ੍ਰੋਬਲਮਾਂ, ਮੇਨ ਮੁਸ਼ਕਲਾਂ ਇਹ ਆ, ਕਿਸਾਨ ਇਸ ਕਰਕੇ ਇਸ ਬਿੱਲ ਨੂੰ ਜਿਹੜਾ ਉਹ ਖ਼ਤਮ ਕਰਵਾਉਣਾ ਚਾਹੁੰਦਾ। ਸਰਕਾਰ ਦੇ ਨਾਲ ਹੋਰ ਕੋਈ ਰੌਲਾ ਨਹੀਂ, ਬਸ ਇਹੀ ਰੌਲਾ ਹੈ
ਜਿਹੜੀ ਸਾਡੀ ਮਾਲਕੀ ਹੈ, ਜਿਹੜਾ ਸਾਡਾ ਮਾਲਕਾਨ ਹੱਕ ਹੈ ਇਹਨਾਂ ਜ਼ਮੀਨਾਂ 'ਤੇ, ਉਹ ਸਾਡਾ ਬਣਿਆ ਰਹਿਣ ਦਿਓ। ਫਸਲਾਂ ਅਸੀਂ ਬੀਜੀਏ ਅਤੇ ਅਸੀਂ ਹੀ ਮੰਡੀ ਵਿੱਚ ਵੇਚੀਏ। ਸਰਕਾਰ ਹੁਣ ਕਿਸਾਨਾਂ ਨੂੰ ਸੱਦਦੀ, ਪੁੱਠੇ ਸਿੱਧੇ ਸਬਕ ਪੜ੍ਹਾਉਂਦੀ, ਕਿਸਾਨਾਂ ਨੂੰ ਉਲਝਣ ਵਿੱਚ ਪਾਉਣਾ ਚਾਹੁੰਦੀ। ਪਰ ਕਿਸਾਨ ਸਿਆਣਾ ਹੈ, ਕਿਸਾਨ ਸਮਝਦਾਰ ਹੈ, ਕਿਸਾਨ ਪੜ੍ਹਿਆ ਲਿਖਿਆ ਹੈ। ਇਸ ਕਰਕੇ ਕਿਸਾਨ ਸਰਕਾਰ ਦੇ ਇਹ ਜਿਹੜੇ ਲੋਲੀਪੋਪ ਹਨ, ਉਹਨਾਂ ਲੋਲੀਪੋਪਾਂ ਨੂੰ ਨਹੀਂ ਫੜ ਰਿਹਾ। ਕਿਸਾਨ ਕਹਿੰਦਾ ਇਹ ਜਿਹੜਾ ਕਾਨੂੰਨ ਇਹਨੂੰ ਖਤਮ ਕਰੋ। ਸਰਕਾਰ ਕਹਿੰਦੀ ਇਸ ਕਾਨੂੰਨ ਵਿੱਚ ਕੁਛ ਤਬਦੀਲੀਆਂ ਕਰ ਦਿੰਦੇ ਆ, ਪਰ ਇਹ ਜਿਹੜਾ ਕਾਨੂੰਨ ਇਹ ਵਾਪਸ ਨਹੀਂ ਹੋਏਗਾ। ਸੋ ਕਿਸਾਨ ਕਹਿੰਦਾ ਸਾਡਾ ਜਿਹੜਾ ਇਹ ਤੁਸੀਂ ਸਾਡੇ ਸਿਰ ਉੱਤੇ ਕੁਹਾੜਾ ਚਲਾਇਆ, ਸਾਡਾ ਜਿਹੜਾ ਹੱਕ ਹੈ, ਮਾਲਕਾਨਾ ਹੱਕ, ਉਹ ਸਾਡਾ ਬਰਕਰਾਰ ਰਹਿਣ ਦਿੱਤਾ ਜਾਵੇ। ਪਰ ਸਰਕਾਰ ਸਾਡਾ ਮਾਲਕਾਨਾ ਹੱਕ ਹੈ ਜਿਹੜਾ ਉਹ ਖਤਮ ਕਰ ਰਹੀ। ਚਾਹੇ ਕਿਸਾਨ ਵੀਰੋ ਸਾਡੀ ਜਿਹੜੀ ਜ਼ਮੀਨ ਹੈ ਉਹ ਸਰਕਾਰ ਇਹਨਾਂ ਵਪਾਰੀਆਂ ਨੂੰ ਨਹੀਂ ਦੇ ਰਹੀ, ਉਹਦਾ ਮਾਲਕਾਨਾ ਹੱਕ ਸਾਡੇ ਕੋਲ ਹੈ। ਪਰ ਜਿਹੜਾ ਸਾਡਾ ਅਸਲ ਦੇ ਵਿੱਚ ਅੰਦਰੋਂ ਫੀਲਿੰਗ ਸੀ, ਮਾਲਕਾਨਾ ਹੱਕ, ਜਿਹੜਾ ਅਸੀਂ ਮਾਲਕ ਬਣ ਕੇ ਖੇਤਾਂ ਵਿੱਚ ਬੜੇ ਰੋਹ ਨਾਲ ਫਿਰਦੇ ਸਾਂ, ਖਾਦਾਂ ਪਾਉਂਦੇ, ਸਪਰੇਆਂ ਕਰਦੇ, ਕੰਮਕਾਰ ਕਰਦੇ, ਬੰਦਿਆਂ ਨੂੰ ਖੇਤਾਂ ਵਿੱਚ ਮਜ਼ਦੂਰਾਂ ਨੂੰ ਲਿਆਉਂਦੇ, ਉਹਨਾਂ ਦਾ ਚਾਹ ਪਾਣੀ ਲੈ ਕੇ ਜਾਂਦੇ, ਉਡਾਰੀਆਂ ਮਾਰਦੇ ਫਿਰਦੇ ਪੰਛੀਆਂ ਤਰ੍ਹਾਂ। ਉਹ ਸਾਡੀਆਂ ਜਿਹੜੀਆਂ ਮਾਲਕਾਨਾ ਹੱਕ ਦੀਆਂ ਉਡਾਰੀਆਂ ਹਨ ਨਾ ਖੇਤਾਂ 'ਚ ਮਾਰਨ ਵਾਲੀਆਂ, ਉਹ ਸਾਡੀਆਂ ਅਤੇ ਸਾਡੇ ਬੱਚਿਆਂ ਦੀਆਂ ਖਤਮ ਹੋਣ ਵਾਲੀਆਂ। ਅਸੀਂ ਮਜ਼ਦੂਰ ਬਣਨ ਵਾਲੇ ਹਾਂ, ਕਿਸਾਨ ਨੂੰ ਇਹ ਪਤਾ ਹੈ। ਮਜ਼ਦੂਰ ਬਣ ਕੇ ਅਸੀਂ ਆਪਣੇ ਹੀ ਖੇਤਾਂ ਵਿੱਚ ਕੰਮ ਕਰਾਂਗੇ। ਸੋ ਸਰਕਾਰ ਦੇ ਨਾਲ ਇਹ ਮੋਰਚਾ ਲੱਗਾ ਹੋਇਆ। ਜੇ ਅੱਜ ਕਿਸਾਨ ਦੇ ਉੱਤੇ ਕੋਈ ਗੋਲੀ ਨਹੀਂ ਚਲਾਈ ਗਈ, ਕਿਸਾਨਾਂ ਨੂੰ ਮਾਰਿਆ ਨਹੀਂ ਗਿਆ, ਜੇ ਫੌਜ ਵੀ ਲੱਗੀ ਅਤੇ ਫੌਜ ਪਿੱਛੇ ਹੋਣ ਵਾਲੀ ਨਹੀਂ ਹੁੰਦੀ, ਸਾਨੂੰ ਵੀ ਪਤਾ। ਪਰ ਫੌਜ ਨੂੰ ਵੀ ਆਰਡਰ ਸਨ, ਕਿਸਾਨ ਆਏ ਆ, ਸਾਡੀ ਵੋਟ ਹੈ। ਕਿਸੇ ਸੀਮਾ ਵਿੱਚ ਰਹਿ ਕੇ ਇਹਨਾਂ ਕਿਸਾਨਾਂ ਦੇ ਨਾਲ ਜਿਹੜਾ ਫੌਜ ਹੈ ਜਾਂ ਉੱਥੋਂ ਦੀ ਉਸ ਇਲਾਕੇ ਦੀ ਜਿਹੜੀ ਪੁਲਿਸ ਹੈ ਉਹ ਵਤੀਰਾ ਕਰੇ। ਸੋ ਜਿਹੜੀ ਫੌਜ ਆਈ ਸੀ ਉਹਨਾਂ ਨੇ ਵੀ ਕਿਸਾਨਾਂ ਦੇ ਉੱਤੇ ਬਹੁਤਾ ਤਸ਼ੱਦਦ ਨਹੀਂ ਕੀਤਾ, ਰੋਕਣ ਦਾ ਯਤਨ ਕੀਤਾ ਵੀ ਇਹਨਾਂ ਨੂੰ ਰੋਕ ਲਈਏ। ਪਰ ਜਿਹੜਾ ਕਿਸਾਨ ਦੇ ਅੰਦਰ ਜਜ਼ਬਾ ਸੀ, ਜਿਹੜਾ ਕਿਸਾਨ ਦੇ ਅੰਦਰ ਜੋਸ਼ ਸੀ, ਜਿਹੜਾ ਕਿਸਾਨ ਨੂੰ ਦਿਸਦਾ ਸੀ, ਜੇ ਅੱਜ ਮੈਂ ਇਕੱਤਰ ਹੋ ਕੇ ਇਹ ਆਪਣਾ ਮਾਲਕਾਨਾ ਹੱਕ ਬਰਕਰਾਰ ਰੱਖਣ ਵਾਸਤੇ ਇਹ ਜਿਹੜੀ ਲੱਗੀ ਹੋਈ ਜੰਗ ਹੈ, ਇਹਦੇ ਵਿੱਚ ਉਸ ਜੰਗ ਤਰ੍ਹਾਂ ਕੁੱਦ ਗਿਆ। ਜੇ ਇਸ ਜੰਗ ਵਿੱਚ ਕੋਈ ਇਲਾਕਾ ਜਿੱਤਣਾ ਹੁੰਦਾ ਅਤੇ ਜਿਹੜਾ ਇਲਾਕਾ ਸਾਡੇ ਕੋਲ ਰਹਿ ਗਿਆ, ਮੰਨ ਕੇ ਚੱਲੋ ਤੁਸੀਂ ਰਾਜੇ ਹੋ, ਕੋਈ ਵੀ ਇਨਸਾਨ ਜਿਹੜਾ ਸੁਣ ਰਿਹਾ, ਮੰਨ ਕੇ ਚੱਲੋ ਤੁਸੀਂ ਰਾਜੇ ਹੋ ਅਤੇ ਤੁਹਾਡਾ ਇੰਨਾ ਏਰੀਆ ਅਤੇ ਬਾਹਰੋਂ ਹੋਰ ਕੋਈ ਆ ਕੇ ਤੁਹਾਡੇ ਏਰੀਏ ਉੱਤੇ ਕਬਜ਼ਾ ਕਰਨਾ ਚਾਹੁੰਦਾ, ਇਟ ਮੀਨਜ਼ ਇਸ ਦਾ ਮਤਲਬ ਜੇ ਅਸੀਂ ਜਾਨਾਂ ਦੀ ਬਾਜੀ ਅੱਜ ਨਾ ਲਾਈ ਅਤੇ ਇਸ ਇਲਾਕੇ ਵਿੱਚੋਂ ਸਾਡਾ ਮਾਲਕਾਨਾ ਹੱਕ ਖੁੱਸ ਜਾਵੇਗਾ ਅਤੇ ਜਿਹੜਾ ਸਾਡੇ 'ਤੇ ਚੜ੍ਹ ਕੇ ਆ ਰਿਹਾ ਇਹ ਮਾਲਕਾਨਾ ਹੱਕ ਉਹਦਾ ਹੋ ਜਾਏਗਾ। ਅੱਜ ਕਿਸਾਨ ਨੂੰ ਵੀ ਪਤਾ ਹੈ ਸਾਡਾ ਮਾਲਕਾਨਾ ਹੱਕ ਖੁੱਸ ਰਿਹਾ ਹੈ। ਸਾਡੇ ਮਾਲਕਨ ਹੱਕ ਨੂੰ ਬਰਕਰਾਰ ਰੱਖਣ ਵਾਸਤੇ ਅੱਜ ਜੇ ਸਾਨੂੰ ਕੁਰਬਾਨੀਆਂ ਵੀ ਦੇਣੀਆਂ ਪੈ ਗਈਆਂ ਅਤੇ ਅਸੀਂ ਕੁਰਬਾਨੀਆਂ ਵੀ ਦੇਵਾਂਗੇ। ਕਿਸਾਨ ਦੇ ਅੰਦਰ ਇਹ ਜਜ਼ਬਾ ਹੈ। ਕਿਸਾਨ ਦੇ ਅੰਦਰ ਜਦੋਂ ਕਿਸਾਨ ਜਾਂਦਾ, ਆਪਾਂ ਵੇਖਦੇ ਹਾਂ ਕਿੰਨੀ ਠੰਡ ਹੈ। ਕਿਸਾਨਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਹੁੰਦੀਆਂ ਅਤੇ ਉਹ ਪਾਣੀ ਵੀ ਗੰਦਾ ਕਿਸੇ ਨਹਿਰ ਵਿੱਚੋਂ, ਕਿਸੇ ਟੋਭੇ ਵਿੱਚੋਂ ਲਿਆਂਦਾ ਹੁੰਦਾ ਭਰ ਕੇ, ਅਤੇ ਜਦੋਂ ਕਿਸਾਨਾਂ ਦੇ ਉੱਤੇ ਪਾਇਆ ਜਾਂਦਾ, ਇੰਨੀ ਠੰਡ ਦੇ ਵਿੱਚ ਜਦੋਂ ਕਿਸਾਨਾਂ 'ਤੇ ਪਾਣੀ ਪੈਂਦਾ ਅਤੇ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਿਓ, ਆਪਾਂ ਘਰ ਇਸ਼ਨਾਨ ਕਰਦੇ ਹਾਂ, ਨਹਾਉਂਦੇ ਹਾਂ ਅਤੇ ਕਿੰਨੀ ਠੰਡ ਲੱਗਦੀ। ਕਿਸਾਨਾਂ ਦੀ ਜੇਬ ਵਿੱਚ ਕਈ ਕਾਗਜ਼ ਪੱਤਰ, ਕਈ ਤਰ੍ਹਾਂ ਦੇ ਪਰਸ, ਕਈ ਤਰ੍ਹਾਂ ਦੀ ਮਾਇਆ, ਸਾਡੇ ਸਿਰਾਂ ਉੱਤੇ ਬੱਧੀਆਂ ਹੋਈਆਂ ਦਸਤਾਰਾਂ, ਪੱਗਾਂ, ਜਿਹਨੂੰ ਅਸੀਂ ਜਿੰਦ ਜਾਨ ਨਾਲ ਪਿਆਰ ਕਰਦੇ ਹਾਂ, ਇਹ ਲੱਥਦੀਆਂ। ਕਿਸਾਨ ਉਹਨੂੰ ਫੜ ਕੇ ਵਾਲ ਖਿੱਲਰੇ ਹੁੰਦੇ ਆ, ਉਹਨੂੰ ਸੰਭਾਲਦਾ। ਪੱਗ ਜਿਹੜੀ ਪਹਿਲਾਂ ਟਿਕਾ ਕੇ ਬੰਨੀ, ਉਹ ਫਿਰ ਹੁਣ ਟਿਕਾ ਕੇ ਬੰਨੀ ਪੱਗ ਨਹੀਂ ਰਹਿ ਜਾਂਦੀ। ਉਸ ਭੱਜ ਨੱਸ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਵੱਜਦੀ, ਅਗਲਾ ਬੰਨ੍ਹਦਾ। ਕਿਸਾਨ ਬੜੀ ਮੁਸ਼ਕਲ ਵਿੱਚ ਹੈ ਅਤੇ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀਆਂ ਪੈ ਗਈਆਂ। ਪਤਾ ਲੱਗ ਗਿਆ ਵੀ ਜੋ ਕੁਝ ਅਸੀਂ ਸੋਚਿਆ ਸੀ ਇਹ ਤੇ ਉਹਦੇ ਤੋਂ ਬਹੁਤ ਜ਼ਿਆਦਾ ਵੱਧ ਕੇ ਰੋਸ ਮੁਜ਼ਾਹਰਾ ਹੋਇਆ। ਅੱਜ ਤੱਕ
ਹਿੰਦੁਸਤਾਨ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਨਹੀਂ ਸੀ ਹੋਇਆ ਜਿਸ ਤਰ੍ਹਾਂ ਇਸ ਵਾਰ ਹੋ ਗਿਆ। ਸਰਕਾਰ ਦੀਆਂ ਕੀ ਮਜਬੂਰੀਆਂ ਆਪਾਂ ਨਹੀਂ ਜਾਣਦੇ। ਸਰਕਾਰ ਇਹ ਕਾਨੂੰਨ ਵਾਪਸ ਕਿਉਂ ਨਹੀਂ ਲੈ ਰਹੀ ਆਪਾਂ ਨਹੀਂ ਜਾਣਦੇ, ਕਿਉਂਕਿ ਅੰਦਰ ਦੀਆਂ ਗੱਲਾਂ ਹਨ। ਕੀ ਚੜਾਵੇ ਚੜੇ ਤੇ ਕੀ ਕੁਛ ਹੋਇਆ ਇਹ ਤਾਂ ਹੁਣ ਸਰਕਾਰ ਜਾਣਦੀ ਜਾਂ ਇਹ ਵਪਾਰੀ ਲੋਕ ਜਾਣਦੇ। ਕਿਸਾਨਾਂ ਦੇ ਹੱਕ ਵਿੱਚ ਸਰਕਾਰ ਕਿਉਂ ਨਹੀਂ ਆ ਰਹੀ, ਕਿਉਂ ਨਹੀਂ ਖਲੋ ਰਹੀ, ਤੇ ਇਹਨਾਂ ਵਪਾਰੀਆਂ ਦੇ ਹੱਕ ਵਿੱਚ ਕਿਉਂ ਖਲੋਂਦੀ ਇਹ ਵੀ ਸਰਕਾਰ ਜਾਣਦੀ। ਪਰ ਕਿਸਾਨ ਆਪਦਾ ਮਾਲਕਾਨਾ ਹੱਕ ਬਰਕਰਾਰ ਰੱਖਣ ਵਾਸਤੇ ਅੱਜ ਸਿਰ ਧੜਦੀ ਲਾ ਕੇ ਉਸ ਮੈਦਾਨ ਵਿੱਚ ਕੁੱਦਿਆ ਹੋਇਆ। ਸੋ ਜਿੱਥੇ ਕਿਸਾਨ ਮੈਦਾਨ ਵਿੱਚ ਕੁੱਦਿਆ ਹੋਇਆ ਉੱਥੇ ਸਾਡਾ ਵੀ ਹੱਕ ਬਣਦਾ। ਇਹਨਾਂ ਕਿਸਾਨਾਂ ਦੇ ਹੱਕ ਵਿੱਚ ਜੋ ਕੁਝ ਅਸੀਂ ਕਰ ਸਕਦੇ ਹਾਂ ਉਹ ਕਰੀਏ। ਸੋ ਜਿਹੜੀ ਮੇਰੀ ਅੱਜ ਦੀ ਵਿਚਾਰ ਸੀ, ਮੇਰੇ ਅੰਦਰਲੇ ਨੇ ਆਵਾਜ਼ ਦਿੱਤੀ ਕਿਸਾਨਾਂ ਦੇ ਹੱਕ ਵਿੱਚ ਕੋਈ 4 ਅੱਖਰ ਬੋਲਣੇ ਚਾਹੀਦੇ। ਜਦੋਂ ਕਿਸਾਨਾਂ ਦੇ ਜਜ਼ਬੇ ਨੂੰ ਵੇਖਦੇ ਹਾਂ, ਜਦੋਂ ਕਿਸਾਨਾਂ ਦੇ ਜੋਸ਼ ਨੂੰ ਵੇਖਦੇ ਹਾਂ, ਉਦੋਂ ਅੰਦਰਲਾ ਜਿਹੜਾ ਹੈ ਕਿਸਾਨਾਂ ਦੇ ਨਾਲ ਖਲੋਣ ਨੂੰ ਬਿਲਕੁਲ ਆਵਾਜ਼ ਮਾਰਦਾ। ਇਹਨਾਂ ਕਿਸਾਨਾਂ ਨਾਲ ਖਲੋਣਾ ਚਾਹੀਦਾ। ਇਹ ਇਤਿਹਾਸਕ ਪਲ ਹਨ ਤੇ ਯਾਦ ਰੱਖੇ ਜਾਣਗੇ। ਲੰਮਾ ਸਾਰਾ ਇਤਿਹਾਸ ਇਹਦੇ 'ਤੇ ਲਿਖਿਆ ਜਾਏਗਾ, ਇਹ ਭੁੱਲਣ ਵਾਲਾ ਨਹੀਂ। ਸੋ ਇਸ ਯਾਦਗਾਰ ਨੂੰ ਤਾਜ਼ਾ ਰੱਖਣ ਵਾਸਤੇ, ਇਸ ਯਾਦਗਾਰ ਵਿੱਚ ਕੋਈ ਆਪਣਾ ਯੋਗਦਾਨ ਪਾਉਣ ਵਾਸਤੇ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ। ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਓਨਾ ਕੁ ਅਸੀਂ ਕਰੀਏ। ਇਹ ਸਾਡਾ ਜਿਹੜਾ ਉਹ ਅੰਦਰੋਂ ਸੁਭਾਅ ਵੀ ਹੋਵੇ ਅਤੇ ਅੰਦਰੋਂ ਉਤਸ਼ਾਹ ਵੀ ਹੋਵੇ। ਜਿੰਨਾ ਕੁ ਕਿਸੇ ਨੂੰ ਬੋਲਣਾ ਆਉਂਦਾ, ਜਿੰਨਾ ਕੁ ਕਿਸੇ ਨੂੰ ਲਿਖਣਾ ਆਉਂਦਾ, ਉਹ ਇਹਦੇ 'ਤੇ ਬੋਲੇ, ਉਹ ਇਹਦੇ 'ਤੇ ਲਿਖੇ। ਜਿੰਨੀ ਕੁ ਕਿਸੇ ਕੋਲ ਜਾਣਕਾਰੀ ਹੈ ਉਹ ਜਾਣਕਾਰੀ ਆਪਦੀ ਸਾਹਮਣੇ ਰੱਖੇ। ਆਮ ਲੋਕਾਂ ਨੂੰ ਪਤਾ ਲੱਗੇ ਵੀ ਇਹ ਮੋਰਚਾ ਲੱਗਾ ਕਾਹਦਾ ਹੈ, ਇਹ ਕਿਸਾਨ ਅਤੇ ਆਮ ਜਿਹੜੀ ਜਨਤਾ ਹੈ ਉਹਨੂੰ ਇਹਦਾ ਕੀ ਨਫਾ ਹੋਏਗਾ ਅਤੇ ਕੀ ਨੁਕਸਾਨ ਹੋਏਗਾ। ਜਦੋਂ ਅਸੀਂ ਆਮ ਜਨਤਾ ਨੂੰ ਇੰਨੀ ਕੁ ਸਮਝਾ ਦਿਆਂਗੇ ਗੱਲ ਵੀ ਇਹ ਕਿਸਾਨਾਂ ਨੂੰ ਨਹੀਂ ਘਾਟਾ ਪੈਣ ਵਾਲਾ ਇਕੱਲਾ, ਇਹ ਸਾਰੀ ਦੀ ਸਾਰੀ ਜਿਹੜੀ ਆਮ ਪਬਲਿਕ ਹੈ ਉਹ ਕੱਲ੍ਹ ਨੂੰ ਹੱਥਾਂ 'ਤੇ ਦੰਦੀਆਂ ਵੱਢੇਗੀ। ਵੀ ਜੇ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹੁੰਦੇ ਅਤੇ ਅੱਜ ਜਿਹੜੇ ਇਹ ਪੈਕਟਾਂ ਵਿੱਚ ਬੰਦ ਹੋ ਕੇ ਆਉਂਦੇ ਅਤੇ ਇਹਦੇ ਰੇਟ 7ਵੇਂ ਸਮਾਨ 'ਤੇ ਚੜ੍ਹੇ ਹੁੰਦੇ। ਕੋਈ ਵੀ ਫਸਲ ਉਹਦੇ 'ਚ ਸਪਰੇਅ ਮਾਰ ਕੇ ਪੈਕਟ ਬੰਦ ਕਰਕੇ ਅਤੇ ਉਹ ਸਾਡੇ ਕੋਲ ਆਏਗੀ। ਉਹ ਕੀ ਹੋਏਗਾ, ਕਈ ਦਿਨ ਪਈ ਹੋਈ ਵੀ ਜਿਹੜੀ ਉਹਦੀ ਅੰਦਰਲੀ ਨਮੀ ਹੈ ਉਹ ਖਤਮ ਨਹੀਂ ਹੋਏਗੀ। ਲਿਫਾਫੇ 'ਚ ਪਈ ਹੋਣ ਕਰਕੇ, ਚਿੱਟੇ ਲਿਫਾਫੇ ਵਿੱਚ ਪੈਕ ਹੋ ਕੇ ਸਾਡੇ ਕੋਲ ਸਬਜ਼ੀਆਂ ਆਉਣਗੀਆਂ ਅਤੇ ਉਹਦੇ ਉੱਤੇ ਰੇਟ ਲਿਖੇ ਹੋਣਗੇ। ਜਿਸ ਤਰ੍ਹਾਂ ਅੱਜ ਅਸੀਂ ਮੌਲ ਦੇ ਵਿੱਚੋਂ ਖਰੀਦ ਕੇ ਲਿਆਉਂਦੇ ਹਾਂ ਥੋੜ੍ਹੇ ਜਿਹੇ ਕਿਸਾਨ, ਬਾਕੀ ਅਸੀਂ ਮੰਡੀ ਦੇ ਵਿੱਚੋਂ ਖੁੱਲ੍ਹੀ ਜਿਹੜੀ ਸਬਜ਼ੀ ਹੈ ਉਹਨੂੰ ਖਰੀਦਣਾ ਪਸੰਦ ਕਰਦੇ ਹਾਂ। ਇਹ ਖਤਮ ਹੋ ਜਾਏਗਾ, ਮੰਡੀਆਂ ਖਤਮ ਹੋ ਜਾਣਗੀਆਂ। ਸਰਕਾਰ ਬੜੀ ਸਖਤੀ ਨਾਲ ਇਹਨਾਂ ਆੜ੍ਹਤੀਆਂ ਨੂੰ ਖਤਮ ਕਰ ਦੇਗੀ। ਇਹ ਜਿਹੜੀਆਂ ਮੰਡੀਆਂ ਹਨ ਜਿੱਥੇ ਵੱਡੇ ਵੱਡੇ ਸਰਕਾਰ ਦੇ ਖਜ਼ਾਨੇ ਲੱਗੇ ਹੋਏ, ਇਹ ਤੋੜ ਦਿੱਤੀਆਂ ਜਾਣਗੀਆਂ ਅਤੇ ਇਹ ਸਰਕਾਰ ਵੇਚ ਦੇਗੀ ਜਾਂ ਇਹਦੇ 'ਤੇ ਕੋਈ ਆਪਣਾ ਕਾਰੋਬਾਰ ਕਰ ਲਏਗੀ। ਜਿੰਨੇ ਵੀ ਗੋਦਾਮ ਤੁਹਾਨੂੰ ਦਿਖਾਈ ਦਿੰਦੇ ਸਰਕਾਰ ਨੇ ਜ਼ਮੀਨਾਂ ਖਰੀਦੀਆਂ ਸੀ, ਉਹ ਗੋਦਾਮ ਖਤਮ ਹੋ ਜਾਣਗੇ। ਉਹਨਾਂ ਗੋਦਾਮਾਂ ਵਾਲੀ ਜਗ੍ਹਾ ਜਿਹੜੀ ਉਹ ਜਾਂ ਵੇਚ ਦਿੱਤੀ ਜਾਏਗੀ ਜਾਂ ਆਪਣੇ ਕੰਮਕਾਰ ਵਿੱਚ ਲੈ ਆਂਦੀ ਜਾਏਗੀ। ਜਿਹੜਾ ਆਮ ਇਨਸਾਨ ਹੈ ਉਹ ਤਰਸ ਜੇਗਾ ਵੀ ਜਿਹੜਾ ਅਸੀਂ ਮੰਡੀ ਵਿੱਚ ਜਾ ਕੇ ਆਪਦੀ ਮਰਜ਼ੀ ਨਾਲ ਸੌਦਾ ਖਰੀਦ ਲਿਆਈਦਾ ਸੀ, ਸਬਜ਼ੀ ਵਗੈਰਾ ਖਰੀਦ ਲਿਆਈ ਸੀ, ਉਹ ਜਿਹੜੀ ਅਸੀਂ ਆਪਦੀ ਮਰਜ਼ੀ ਨਾਲ ਸਬਜ਼ੀ ਖਰੀਦ ਲਿਆਈ ਦੀ ਸੀ ਉਹ ਸਾਡੇ ਹੱਕ ਖਤਮ ਹੋ ਗਏ। ਹੁਣ ਤਾਂ ਨਾ ਕੋਈ ਸਬਜ਼ੀ ਮੰਡੀ ਵਿੱਚ ਵੇਚਣ ਆਵੇ, ਨਾ ਕੋਈ ਬੋਲੀ ਲਾਵੇ, ਨਾ ਕੋਈ ਰੌਣਕ ਲੱਗੇ। ਕਿੰਨੇ ਬੰਦਿਆਂ ਦਾ ਰੁਜ਼ਗਾਰ ਖੁੱਸ ਜਾਏਗਾ। ਉਹ ਮੰਡੀ ਵਿੱਚ ਜਾ ਕੇ ਵੇਖਿਓ, ਕਿਸਾਨ ਖੁਦ ਵੀ ਆਪਣੀ ਸਬਜ਼ੀ ਨੂੰ ਉੱਥੇ ਰੱਖ ਕੇ ਅਤੇ ਆਮ ਜਨਤਾ ਨੂੰ ਵੇਚ ਸਕਦਾ ਸੀ। ਇਹ ਜਿਹੜਾ ਕਿਸਾਨ ਦਾ ਹੱਕ ਸੀ। ਜਿਹੜੇ ਬਿਲਕੁਲ ਨਿੱਕੇ ਕਿਸਾਨ ਉਹ ਉੱਥੇ ਸਬਜ਼ੀ ਰੱਖ ਕੇ ਵੇਚ ਵੀ ਲੈਂਦੇ ਅਤੇ ਜਿਹੜੇ ਆਮ ਲੋਕ ਸ਼ਹਿਰਾਂ 'ਚ ਰਹਿਣ ਵਾਲੇ ਉਹ ਬੋਲੀ ਦੇ ਕੇ ਥੋੜ੍ਹਾ ਸਮਾਨ ਖਰੀਦ ਲੈਂਦੇ। ਕਿਸੇ ਨੇ ਆਪਦੀ ਇੱਥੇ ਰੱਖੀ ਹੁੰਦੀ, ਕਿਸੇ ਨੇ ਉੱਥੇ ਰੱਖੀ ਹੁੰਦੀ, ਉਹ ਵੇਚ ਲੈਂਦੇ। ਇਹ ਸਭ ਕੁਝ ਖਤਮ ਹੋ ਜਾਏਗਾ, ਮੰਡੀਆਂ ਖਤਮ ਹੋ ਜਾਣਗੀਆਂ। ਇਹ ਜਿਹੜੇ ਨਿੱਕੇ ਨਿੱਕੇ ਲੋਕ ਉੱਥੋਂ ਕਿਸਾਨਾਂ ਕੋਲੋਂ ਸਬਜ਼ੀ ਖਰੀਦ ਕੇ ਅਤੇ ਆਪਦੀ ਨਿੱਕੀ ਜਿਹੀ ਦੁਕਾਨ ਉੱਥੇ ਹੀ ਲਾ ਕੇ ਉਹ ਵੇਚ ਲੈਂਦੇ ਸੀ, ਉਹਨਾਂ ਸਾਰਿਆਂ ਦਾ ਕਾਰੋਬਾਰ ਖਤਮ ਹੋ ਜਾਏਗਾ।
ਜਿੰਨੇ ਵੀ ਆੜ੍ਹਤੀਏ ਹਨ, ਕੋਈ ਪਿਆਜ਼ ਖਰੀਦਦਾ, ਕੋਈ ਸਬਜ਼ੀਆਂ ਖਰੀਦਦਾ ਅਤੇ ਅੱਗੇ ਵੇਚਦਾ, ਕੋਈ ਫਲ ਬਾਹਰੋਂ ਆਉਂਦੇ ਕਸ਼ਮੀਰ ਵਗੈਰਾ 'ਚੋਂ, ਉਹ ਫਲ ਜਿਹੜੇ ਹਨ ਉਹ ਆੜ੍ਹਤੀਆ ਖਰੀਦਦਾ ਅਤੇ ਅੱਗੇ ਵੇਚਦਾ। ਇਹ ਸਾਰੇ ਦਾ ਸਾਰਾ ਕਾਰੋਬਾਰ ਖਤਮ ਹੋ ਜਾਏਗਾ, ਇਹ ਸਾਰਾ ਹੀ ਸਿਸਟਮ ਖਤਮ ਹੋ ਜਾਏਗਾ। ਸਾਰੇ ਦਾ ਸਾਰਾ ਵਪਾਰੀ ਦੇ ਹੱਥ ਚੱਲ ਜਾਏਗਾ। ਹਿੰਦੁਸਤਾਨ ਦਾ ਕੋਈ ਵੀ ਕੋਨਾ ਉਹਦੇ ਵਿੱਚ ਜਿੱਥੇ ਵੀ ਫਸਲ ਬੀਜੀ ਜਾਂਦੀ, ਚਾਹੇ ਉਹ ਅਸੀਂ ਕੋਈ ਸਬਜ਼ੀ ਬੀਜਦੇ ਹਾਂ, ਚਾਹੇ ਕੋਈ ਖੇਤੀ ਕਰਦੇ ਹਾਂ, ਅਤੇ ਜਾਂ ਅਸੀਂ ਕੋਈ ਫਲ ਬੀਜਦੇ ਹਾਂ, ਉਹ ਸਾਰਾ ਹੀ ਇਹਨਾਂ ਵਪਾਰੀਆਂ ਕੋਲ ਚੱਲ ਜਾਏਗਾ। ਸਾਰੇ ਦੇ ਸਾਰੇ ਹਿੰਦੁਸਤਾਨ ਦਾ ਸਾਰਾ ਹੀ ਕਿਸਾਨ ਆਪਦੇ ਮਾਲਕਾਨੇ ਹੱਕ ਤੋਂ ਹੱਥ ਧੋ ਪਵੇਗਾ। ਸੋ ਆਪਦਾ ਮਾਲਕਾਨਾ ਹੱਕ ਜਿਹੜਾ ਹੈ ਉਹਨੂੰ ਬਰਕਰਾਰ ਰੱਖਣ ਵਾਸਤੇ ਇਹ ਮੋਰਚਾ ਲੱਗਾ ਹੋਇਆ। ਇਸ ਮੋਰਚੇ ਵਿੱਚ ਸਾਡਾ ਫਰਜ਼ ਬਣਦਾ ਜਿੰਨਾ ਕੁ ਅਸੀਂ ਯੋਗਦਾਨ ਪਾ ਸਕਦੇ ਹਾਂ, ਜੋ ਅਸੀਂ ਕਿਸੇ ਨੂੰ ਸਮਝਾ ਸਕਦੇ ਹਾਂ, ਜਿੰਨੀ ਕੁ ਸਾਡੇ ਕੋਲ ਜਾਣਕਾਰੀ ਹੈ ਉਨੀ ਕੁ ਜਾਣਕਾਰੀ ਅਸੀਂ ਲੋਕਾਂ ਤੱਕ ਪਹੁੰਚਾਈਏ। ਸੋ ਜਿੰਨਾ ਕੁ ਮੇਰੇ ਅੰਦਰਲੇ ਨੇ ਆਵਾਜ਼ ਦਿੱਤੀ, ਉਹਨਾਂ ਕੁਦਮ ਕੀਤਾ। ਕੋਈ ਸਰਕਾਰਾਂ ਨੂੰ ਵੱਡੇ ਕਿਸਾਨ ਨਹੀਂ ਰੋਕ ਸਕੇ, ਮੇਰੀ ਆਵਾਜ਼ ਨੇ ਕਿਸਾਨ ਨੂੰ ਕੀ ਰੋਕ ਦੇਣਾ। ਸਰਕਾਰਾਂ ਨੂੰ ਇਹ ਲੱਗਾ ਹੋਇਆ ਵੱਡਾ ਸਾਰਾ ਮੋਰਚਾ ਨਹੀਂ ਰੋਕ ਸਕਿਆ। ਸਰਕਾਰ ਆਪਦੇ ਸੁਭਾਅ ਅਨੁਸਾਰ ਹੁਣ ਤੱਕ ਜਿਹੜੀ ਅੜੀ ਖਲੋਤੀ ਹੈ, ਮੇਰੀ ਆਵਾਜ਼ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਬੜੇ ਬੜੇ ਸਿੰਗਰਾਂ ਨੇ ਬੋਲ ਬੋਲੇ, ਸਰਕਾਰ ਨੂੰ ਕੋਈ ਫਰਕ ਨਹੀਂ ਪਿਆ। ਪਰ ਇਹਦੇ ਨਾਲ ਕੀ ਹੋਏਗਾ, ਸਾਡੇ ਜਿਹੜੇ ਕਿਸਾਨ ਹਨ ਉਹਨਾਂ ਦਾ ਹੌਸਲਾ ਵਧੇਗਾ ਕਿ ਸਾਡੇ ਹੱਕ ਵਿੱਚ ਖਲੋਤੇ ਹੋਏ ਹਨ ਲੋਕ। ਸੋ ਅਸੀਂ ਕਿਸਾਨਾਂ ਦੇ ਹੱਕ ਵਿੱਚ ਖਲੋਤੇ ਹਾਂ, ਜਿਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਨੇ ਕਿਸਾਨਾਂ ਤੋਂ ਖੋਹ ਕੇ ਅਤੇ ਇਹਨਾਂ ਵਪਾਰੀਆਂ ਨੂੰ ਧੱਕੇ ਨਾਲ ਦੇਣ ਦਾ ਫੈਸਲਾ ਕਰ ਲਿਆ। ਉਹ ਸਰਕਾਰ ਦਾ ਕੀਤਾ ਹੋਇਆ ਜੋ ਫੈਸਲਾ ਹੈ, ਸਾਡਾ ਮਾਲਕਾਨਾ ਹੱਕ ਖੋਹ ਕੇ ਸਾਨੂੰ ਮਾਲਕ ਤੋਂ ਮਜ਼ਦੂਰ ਬਣਾਉਣ ਦਾ ਜੋ ਇਹਨਾਂ ਨੇ ਮਨ ਬਣਾ ਲਿਆ, ਉਹ ਕਿਸਾਨ ਨੇ ਮਨ ਬਣਾਇਆ ਵੀ ਅਸੀਂ ਇਹਨਾਂ ਤੋਂ ਇਹ ਜਿਹੜਾ ਕਾਲਾ ਕਾਨੂੰਨ ਹੈ ਇਹ ਵਾਪਸ ਕਰਵਾਈਏ। ਹਾਲੇ ਤਾਂ ਇਹ ਕਾਨੂੰਨ ਲਾਗੂ ਨਹੀਂ ਹੋਇਆ, ਹਾਲੇ ਤਾਂ ਵਪਾਰੀਆਂ ਨੂੰ ਸਾਡੀਆਂ ਜਿਹੜੀਆਂ ਜ਼ਮੀਨਾਂ ਨਹੀਂ ਦਿੱਤੀਆਂ ਗਈਆਂ, ਉਦੋਂ ਪਹਿਲਾਂ ਅਸੀਂ ਆਪਦੀ ਪੂਰੀ ਤਾਕਤ ਲਾ ਕੇ ਆਪਦੀਆਂ ਜ਼ਮੀਨਾਂ ਆਪਦੇ ਹੱਕ ਵਿੱਚ ਰੱਖ ਲਈਏ, ਤਾਂ ਜੋ ਕੱਲ੍ਹ ਨੂੰ ਸਾਨੂੰ ਨਾ ਪਛਤਾਉਣਾ ਪਵੇ। ਸੋ ਜਿਹੜਾ ਆਮ ਇਨਸਾਨ ਹੈ, ਆਮ ਇਨਸਾਨ ਵੀ ਆਪਣੀ ਮੱਤ ਨੂੰ ਟਿਕਾਣੇ ਲਿਆਵੇ, ਸੋਚੇ ਵੀ ਜਿਹੜਾ ਸਾਡੀਆਂ ਫਸਲਾਂ ਅਸੀਂ ਆਮ ਤੌਰ 'ਤੇ ਖੁੱਲ੍ਹੇ ਵਿੱਚ ਵੇਚ ਸਕਦੇ ਸਾਂ ਅਤੇ ਕੋਈ ਵੀ ਬੰਦਾ ਖੁੱਲ੍ਹੇ ਵਿੱਚੋਂ ਖਰੀਦ ਸਕਦਾ ਸੀ। ਸਾਡੇ ਜਿੰਨੇ ਵੀ ਸ਼ਹਿਰੀ ਲੋਕ ਹਨ ਉਹ ਖੁੱਲ੍ਹੇ ਦੇ ਵਿੱਚੋਂ ਕਣਕ ਖਰੀਦਦੇ, ਕੋਈ 5 ਤੋੜੇ, ਕੋਈ 4 ਤੋੜੇ ਕਣਕ ਦੇ, ਕੋਈ ਇਸੇ ਤਰ੍ਹਾਂ ਝੋਨਾ, ਜਿੰਨੀ ਕਿਸੇ ਨੂੰ ਲੋੜ ਹੁੰਦੀ ਉਹ ਖੁੱਲ੍ਹੇ ਵਿੱਚੋਂ ਖਰੀਦ ਲੈਂਦਾ। ਪਰ ਹੁਣ ਇਸ ਤਰ੍ਹਾਂ ਨਹੀਂ ਹੋਏਗਾ, ਖੁੱਲ੍ਹੇ ਵਿੱਚੋਂ ਮਿਲਣੀ ਕਣਕ ਸਾਨੂੰ ਬੰਦ ਹੋ ਜਾਏਗੀ। ਪੈਕਟਾਂ ਦੇ ਵਿੱਚ ਆਟਾ ਆਏਗਾ ਪੀਸ ਕੇ। ਜਿਹੜੀ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਸਾਨੂੰ ਜਿਹੜੀ ਆਏਗੀ ਉਹ ਕੀ ਆਏਗੀ, ਸਾਨੂੰ ਆਟਾ ਜਿਹੜਾ ਨਾ ਅਸੀਂ ਚੱਕੀਆਂ ਤੋਂ ਪਿਆਉਂਦੇ ਹਾਂ, ਸਾਡੀ ਖੁੱਲ੍ਹੇ ਵਿੱਚ ਜਿਹੜੀ ਫਸਲ ਹੁੰਦੀ ਅਸੀਂ ਖਰੀਦ ਲੈਂਦੇ ਹਾਂ, ਸਾਰੇ ਦੇ ਸਾਰੇ ਹੀ ਕਿਸਾਨ ਆਪਦੀ ਫਸਲ ਆਪ ਰੱਖ ਲੈਂਦੇ। ਉਹਨਾਂ ਨੂੰ ਅਧਿਕਾਰ ਦੇ ਦਿੱਤਾ ਵੀ ਤੁਸੀਂ ਇੰਨਾ ਕੁ ਕਰ ਸਕਦੇ ਜੇ, ਵੀ ਆਪਦੀ ਇੰਨੀ ਕੁ ਫਸਲ ਜਿੰਨੀ ਕੁ ਤੁਸੀਂ ਘਰੇ ਰੱਖਣੀ ਉਨੀ ਕੁ ਤੁਸੀਂ ਰੱਖ ਸਕਦੇ ਜੇ, ਵੇਚ ਨਹੀਂ ਸਕਦੇ। ਵੇਚਣ ਵਾਲਾ ਜਿਹੜਾ ਸਾਡੇ ਕੋਲੋਂ ਹੱਕ ਹੈ ਉਹ ਸਰਕਾਰ ਨੇ ਖੋਹ ਲਿਆ। ਵੇਚ ਸਕਦਾ ਤੇ ਕੇਵਲ ਵਪਾਰੀ ਵੇਚ ਸਕਦਾ, ਕਿਸਾਨ ਨਹੀਂ ਵੇਚ ਸਕਦਾ। ਸੋ ਜਿਹੜਾ ਵਪਾਰੀ ਹੈ, ਉਸ ਵਪਾਰੀ ਨੂੰ ਜਿਹੜੇ ਸਾਡੇ ਵਾਲੇ ਹੱਕ ਹਨ ਖੋਹ ਕੇ ਦਿੱਤੇ, ਉਹ ਅਸੀਂ ਆਪਦੇ ਹੱਕ ਵਾਪਸ ਲੈਣ ਵਾਸਤੇ ਮੋਰਚਾ ਲਾਇਆ ਹੋਇਆ। ਮੈਂ ਵੀ ਕਿਸਾਨ ਹਾਂ, ਮੈਂ ਕਿਸਾਨਾਂ ਦੇ ਹੱਕ ਵਿੱਚ ਬਿਲਕੁਲ ਡਟ ਕੇ ਖੜ੍ਹਾ। ਕਿਸਾਨ ਆਪਦਾ ਹੱਕ ਲੈਂਦੇ, ਕੋਈ ਇਹ ਗਲਤ ਲੜਾਈ ਨਹੀਂ। ਸੋ ਕਿਸਾਨਾਂ ਦਾ ਸਾਨੂੰ ਸਾਰਿਆਂ ਨੂੰ, ਆਮ ਜਨਤਾ ਨੂੰ ਵੀ ਸਾਥ ਦੇਣਾ ਚਾਹੀਦਾ, ਕਿਉਂਕਿ ਸਾਡੇ ਉੱਤੇ ਜਿਹੜੀ ਤਲਵਾਰ ਜ਼ਿਆਦਾ ਤਿੱਖੀ ਚੱਲਣ ਵਾਲੀ ਆ, ਕਿਸਾਨਾਂ ਦੇ ਉੱਤੇ ਤਾਂ ਚੱਲਣੀ। ਕਿਸਾਨ ਤਾਂ ਇਹਦੇ ਰਗੜੇ ਆਉਣਗੇ ਹੀ ਆਉਣਗੇ, ਪਰ ਜਿਹੜਾ ਆਮ ਇਨਸਾਨ ਹੈ, ਰਗੜਾ ਆਮ ਇਨਸਾਨ ਨੂੰ ਵੀ ਲੱਗੇਗਾ। ਸੋ ਆਮ ਇਨਸਾਨ ਨੂੰ ਵੀ ਸਰਕਾਰ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਦੇ ਹੱਕ ਵਿੱਚ ਖਲੋਣਾ ਬਣਦਾ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ, ਜੋ ਜਾਣਕਾਰੀ ਅਸੀਂ ਰੱਖਦੇ ਹਾਂ ਉਹ ਜਾਣਕਾਰੀ ਬਾਕੀਆਂ ਨਾਲ ਸਾਂਝੀ ਕਰੀਏ, ਤਾਂ ਜੋ ਜਿਹੜੇ ਆਮ ਲੋਕ ਹਨ ਹਾਲੇ ਤੱਕ ਕਿਸਾਨਾਂ ਦੇ ਹੱਕ 'ਚ ਨਹੀਂ ਖਲੋਤੇ, ਉਹਨਾਂ ਨੂੰ ਪਤਾ ਲੱਗ ਸਕੇ ਵੀ ਸਾਨੂੰ ਕਿਸਾਨਾਂ ਨਾਲੋਂ ਜ਼ਿਆਦਾ ਨੁਕਸਾਨ ਹੋਣ ਵਾਲਾ। ਜਿਹੜਾ ਅਸੀਂ ਖੁੱਲ੍ਹੇ ਦੇ ਵਿੱਚੋਂ ਕੋਈ ਵੀ ਫਸਲ ਖਰੀਦਦੇ ਸਾਂ, ਉਹ ਖੁੱਲ੍ਹੇ ਵਿੱਚੋਂ ਸਾਨੂੰ ਫਸਲ ਨਹੀਂ ਮਿਲਣੀ। ਹੁਣ ਸਾਨੂੰ ਵਪਾਰੀਆਂ ਦੇ ਗੋਦਾਮਾਂ ਵਿੱਚੋਂ, ਉੱਥੋਂ ਹੋ ਕੇ
ਸਾਡੇ ਤੱਕ ਪਹੁੰਚੇਗੀ। ਸੋ ਆਟੇ ਦੀਆਂ ਥੈਲੀਆਂ ਹੋਣਗੀਆਂ ਜਿਹੜੀਆਂ ਅਸੀਂ ਦੁਕਾਨਾਂ ਤੋਂ ਖਰੀਦਾਂਗੇ, ਅਤੇ ਉਹ ਰੇਟ ਅਸੀਂ ਅੱਜ ਹੀ ਜਾਣਦੇ ਹਾਂ। ਲਗਭਗ ਅੱਜ 25 ਤੋਂ 28 ਰੁਪਏ ਰੇਟ ਆ। ਅਤੇ ਕਣਕ ਦਾ ਰੇਟ ਤੁਸੀਂ ਕਣਕ ਦਾ ਵੇਖ ਲਓ ਅਤੇ ਆਟੇ ਦਾ ਰੇਟ ਵੇਖ ਲਓ ਕਿੱਥੇ ਚੱਲ ਗਿਆ। ਇਹ ਵੱਧ ਕੇ 50 ਰੁਪਏ ਤੱਕ ਚੱਲ ਜਾਏਗਾ। ਆਮ ਜਿਹੜਾ ਇਨਸਾਨ ਹੈ ਉਹਦੀ ਪਹੁੰਚ ਵਿੱਚੋਂ ਸਾਰਾ ਕੁਛ ਹੀ ਬਾਹਰ ਹੁੰਦਾ ਜਾਏਗਾ। ਜਿਹੜਾ ਕੋਈ 4 ਰੁਪਏ ਕਮਾਉਂਦਾ ਉਹ ਤਾਂ ਰੋਟੀ ਖਾ ਲੇਗਾ, ਪਰ ਜਿਹੜਾ ਵਿਚਾਰਾ ਜਿਹਦੇ ਕੋਲ ਕੰਮਕਾਰ ਹੈ ਨਹੀਂ, ਦਿਹਾੜੀ ਮਜ਼ਦੂਰ ਜਿਹੜੇ ਹਨ, ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਔਖੀ ਹੋ ਜਾਏਗੀ। ਸੋ ਜਿਹੜੇ ਕਿਸਾਨ ਮੋਰਚਾ ਲਾਈ ਬੈਠੇ ਹਨ, ਉਹਨਾਂ ਦੇ ਹੱਕ ਵਿੱਚ ਅਸੀਂ ਜਿਹੜੇ ਅੱਜ ਤੱਕ ਚੁੰਗੀਆਂ ਭਰਦੇ ਮਜ਼ਦੂਰ ਲੋਕ ਇਹ ਗੱਲ ਸੋਚ ਲੈਣ ਵੀ ਤੁਹਾਡੀ ਜਿਹੜੀ ਬਾਹਰੋਂ ਖੁੱਲ੍ਹੇ ਵਿੱਚੋਂ ਸਬਜ਼ੀ ਖਰੀਦਣ ਦੀ, ਫਲ ਖਰੀਦਣ ਦੀ ਜਿਹੜੀ ਖੁੱਲ੍ਹ ਸੀ ਉਹ ਖਤਮ ਹੋਣ ਵਾਲੀ। ਇਹਦੇ ਰੇਟ ਜਿਹੜੇ ਆ ਹੋ ਸਕਦਾ 1.5 ਗੁਣੇ, ਹੋ ਸਕਦਾ 2 ਗੁਣੇ ਜਿਹੜੇ ਆਪਾਂ ਨੂੰ ਭਰਨੇ ਪੈਣ। ਸੋ ਕਿਸਾਨਾਂ ਦੇ ਹੱਕ ਵਿੱਚ ਜੋ ਕੁਝ ਅਸੀਂ ਕਰ ਸਕਦੇ ਉਹਨਾਂ ਕੁ ਯਤਨ ਕਰੀਏ ਜੀ। ਜੈ ਕਿਸਾਨ, ਜੈ ਜਵਾਨ।